अगर आपने हमारा चैनल सब्सक्राइब नहीं किया है तो सामने सब्सक्राइब का बटन दिख रहा है, प्लीज सब्सक्राइब करें और उसके साथ ही नोटिफिकेशन बेल आ रहा है उसे भी क्लिक करें ताकि तुरंत नोटिफिकेशन आ जाए जो वीडियो हम अपलोड करें। क्रांति टीवी अपने प्रोग्राम कौम दे हीरे दे 5th एपीसोड विच आप जी नूं रूबरू करा रहे हैं मदन जलंधरी जी दे नाल, जिन्हां दा जन्म 8/2/1955 ਨੂੰ ਬਸਤੀ ਦਾਨਿਸ਼ਮੰਦਾ ਜਲੰਧਰ ਵਿਖੇ ਹੋਇਆ ਅਤੇ ਪਿਤਾ ਜੀ ਦਾ ਨਾਂ ਸਵਰਗੀ ਸ਼੍ਰੀ ਸਾਈਂਦਾਸ ਜੀ ਅਤੇ ਮਾਤਾ ਜੀ ਦਾ ਨਾਂ ਸਵਰਗੀ ਸ਼੍ਰੀਮਤੀ ਗੁਲਾਬ ਦੇਵੀ ਜੀ ਅਤੇ ਮਦਨ ਜਲੰਧਰੀ ਜੀ ਨੇ BA ਤੱਕ ਪੜ੍ਹਾਈ ਕੀਤੀ ਅਤੇ IFCI ਵਿੱਚ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਕੰਮ ਕੀਤਾ ਅਤੇ ਹੁਣ ਰਿਟਾਇਰ ਹੋ ਕੇ ਸਮਾਜ ਦੀ ਸੇਵਾ ਕਰ ਰਹੇ ਹਨ। ਮਦਨ ਜਲੰਧਰੀ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਗੁਰੂ ਰਵਿਦਾਸ ਜੀਵਨੀ ਤੇ ਸਲੋਕ, ਦਿਲਦਾਰ, ਗੀਤਕਾਰ, ਦਿਲ ਦਰਿਆ, ਕਲਮਾਂ ਦਾ ਸਰਮਾਇਆ ਅਤੇ 150 ਧਾਰਮਿਕ ਗੀਤ ਅਤੇ ਤਕਰੀਬਨ 600 ਦੇ ਲਿਟਰੇਚਰ ਸੌਂਗ ਲਿਖੇ ਅਤੇ ਜਿਨ੍ਹਾਂ ਨੇ ਉੱਚ ਕੋਟੀ ਦੇ ਗਾਇਕ ਕੰਠ ਕਲੇਰ ਅਤੇ ਸਾਵਰ ਕੋਟੀ ਵਰਗੇ ਉੱਚ ਕੋਟੀ ਦੇ ਗਾਇਕ ਮਾਂ ਬੋਲੀ ਦੀ ਝੋਲੀ ਪਾਏ ਅਤੇ ਮਦਨ ਜਲੰਧਰੀ ਜੀ ਹੁਣ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਹੜੇ ਸਥਾਨਾਂ ਤੇ ਗਏ ਹਨ ਉਹਨਾਂ ਬਾਰੇ ਕਿਤਾਬ ਲਿਖ ਰਹੇ ਹਨ। ਆਓ ਮਿਲਾਉਂਦੇ ਹਾਂ ਮਦਨ ਜਲੰਧਰੀ ਜੀ ਦੇ ਨਾਲ। ਜਲੰਧਰੀ ਮਿਹਨਤ ਨਾਲ ਕਮਾਉਂਦਾ ਜੋ ਸਤਿਗੁਰ ਦਾ ਸ਼ੁਕਰ ਮਨਾਉਂਦਾ ਜੋ ਜਿਹੜਾ ਹੋਮੇ ਵਿੱਚ ਨਾ ਆਵੇ ਉਹਨੂੰ ਰਵਿਦਾਸੀਆ ਕਹਿੰਦੇ ਨੇ, ਜੋ ਗੁਰੂ ਰਵਿਦਾਸ ਦਾ ਦਾਸ ਕਹਾਵੇ ਉਹਨੂੰ ਰਵਿਦਾਸੀਆ ਕਹਿੰਦੇ ਨੇ, ਜੋ ਸੋਨਰ ਪਹਿ ਦੇ ਜਕਾਰੇ ਲਾਵੇ ਉਹਨੂੰ ਰਵਿਦਾਸੀਆ ਕਹਿੰਦੇ ਨੇ, ਉਹਨੂੰ ਰਵਿਦਾਸੀਆ ਕਹਿੰਦੇ ਨੇ। ਸਭ ਤੋਂ ਪਹਿਲਾਂ ਕ੍ਰਾਂਤੀ ਟੀਵੀ ਦੇਖ ਰਹੇ ਸਾਰੇ ਹੀ ਸਾਥੀਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਸਾਥੀਓ, ਮੈਂ ਕਮਲ ਤੱਲਣ, ਜਿਵੇਂ ਕਿ ਕ੍ਰਾਂਤੀ ਟੀਵੀ ਦੇ ਜ਼ਰੀਏ ਨਵੇਂ ਤੋਂ ਨਵਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਣਾ। ਅੱਜ ਪ੍ਰੋਗਰਾਮ ਕੌਮ ਦੇ ਹੀਰੇ ਲੈ ਕੇ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ, ਜਿਨ੍ਹਾਂ ਸਾਥੀਆਂ ਨੇ ਗੁਰੂ ਰਵਿਦਾਸ ਮਹਾਰਾਜ ਦੀਆਂ ਰਚਨਾਵਾਂ ਲਿਖੀਆਂ ਔਰ ਜਿਨ੍ਹਾਂ ਰਾਈਟਰਾਂ ਨੇ ਲਿਖਿਆ ਔਰ ਜਿਨ੍ਹਾਂ ਸਿੰਗਰਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜੀਵਨ ਅਤੇ ਮਿਸ਼ਨ 'ਤੇ ਜਿਨ੍ਹਾਂ ਨੇ ਗਾਈਆਂ ਔਰ ਅਸੀਂ ਉਹਨਾਂ ਨੂੰ ਕੌਮ ਦੇ ਹੀਰੇ ਪ੍ਰੋਗਰਾਮ ਦੇ ਵਿੱਚ ਲੈ ਕੇ ਕੰਟੀਨਿਊਸ ਤੁਹਾਡੇ ਵਿਚਕਾਰ ਆ ਰਹੇ ਹਾਂ ਔਰ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ। ਅੱਜ ਅਸੀਂ ਉਹ ਮਾਣਮੱਤੀ ਸ਼ਖਸੀਅਤ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਬਖੂਬੀ ਨਿਭਾਈ ਔਰ ਗੁਰੂ ਰਵਿਦਾਸ ਮਹਾਰਾਜ ਦੀਆਂ ਅਨੇਕਾਂ ਹੀ ਰਚਨਾਵਾਂ ਲਿਖੀਆਂ ਔਰ ਬਾਬਾ ਸਾਹਿਬ ਦੇ ਜੀਵਨ 'ਤੇ ਵੀ ਬਹੁਤ ਸਾਰੀਆਂ ਰਚਨਾਵਾਂ ਲਿਖ ਕੇ ਸਮਾਜ ਦੀ ਝੋਲੀ ਦੇ ਵਿੱਚ ਪਾਈਆਂ ਔਰ ਜਿੱਥੇ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾ ਰਹੇ ਨੇ ਉੱਥੇ ਨਾਲ ਦੀ ਨਾਲ ਗੁਰੂਆਂ ਦੇ ਰਹਿਬਰਾਂ ਦੇ ਮਿਸ਼ਨ ਦਾ ਵੀ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਵਰਲਡ ਦੀ ਸਰਮੌਰ ਕਰ ਮਦਨ ਜਲੰਧਰੀ ਜੀ। ਆਓ ਆਪਾਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ। ਹਾਂਜੀ ਜਲੰਧਰੀ ਸਾਹਿਬ, ਜੈ ਗੁਰਦੇਵ, ਜੈ ਭੀਮ ਜੀ। ਜਲੰਧਰੀ ਸਾਹਿਬ, ਅੱਜ ਕ੍ਰਾਂਤੀ ਟੀਵੀ ਤੁਹਾਡੇ ਤੱਕ ਪਹੁੰਚਿਆ ਪ੍ਰੋਗਰਾਮ ਲੈ ਕੌਮ ਦੇ ਹੀਰੇ ਲੈ ਕੇ ਔਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਥੋੜ੍ਹਾ ਜਿਹਾ ਸੰਦੇਸ਼ ਦਿਓ, ਉਸ ਤੋਂ ਬਾਅਦ ਆਪਾਂ ਤੁਹਾਡੀਆਂ ਗਾਈਆਂ ਹੋਈਆਂ ਰਚਨਾਵਾਂ ਬਾਰੇ ਔਰ ਜਿਹੜੇ ਸਿੰਗਰ ਨੇ ਤੁਹਾਡੀਆਂ ਕਲਮ ਤੋਂ ਲਿਖੀਆਂ ਰਚਨਾਵਾਂ ਔਰ ਤੁਹਾਡੇ ਜਨਮ ਦੀਆਂ ਆਪਾਂ ਸਾਰੀਆਂ ਫਿਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ। ਪਹਿਲਾਂ ਸਭ ਤੋਂ ਪਹਿਲਾਂ ਕ੍ਰਾਂਤੀ ਟੀਵੀ ਦੇਖ ਰਹੇ ਸਾਰੇ ਹੀ ਆਪਣੇ ਚਾਹੁਣ ਵਾਲਿਆਂ ਨੂੰ ਤੁਸੀਂ ਆਪਣੇ ਵੱਲੋਂ ਸੰਦੇਸ਼ ਦਿਓ। ਮੈਂ ਟੀਵੀ ਦਰਸ਼ਕਾਂ ਨੂੰ, ਕ੍ਰਾਂਤੀ ਟੀਵੀ ਦਰਸ਼ਕਾਂ ਨੂੰ ਔਰ ਕ੍ਰਾਂਤੀ ਟੀਵੀ ਦੀ ਸੂਝਬੱਧ ਟੀਮ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ। ਜੈ ਗੁਰਦੇਵ, ਜੈ ਗੁਰੂ ਰਵਿਦਾਸ, ਜੈ ਭੀਮ, ਜੈ ਭਾਰਤ। ਜਲੰਧਰੀ ਸਾਹਿਬ, ਤੁਹਾਡਾ ਜਨਮ ਕਦੋਂ ਔਰ ਕਿੱਥੇ ਹੋਇਆ ਔਰ ਅੱਜ ਪੂਰੇ ਵਰਲਡ ਦੇ ਵਿੱਚ ਮਦਨ ਜਲੰਧਰੀ ਕਿਤੇ ਵੀ ਜਾਈਏ ਔਰ ਜਿਹੜਾ ਵੀ ਗੀਤ ਸੁਣੀਏ ਔਰ ਜਦੋਂ ਮਦਨ ਜਲੰਧਰੀ ਇੱਕ ਨਾਮ ਆਉਂਦਾ ਹੈ ਵੇ ਸਾਡੇ ਜਿਹੜੇ ਲੂਈਆਂ ਔਰ ਫਕਰ ਦੇ ਨਾਲ ਖੜੀ ਹੋ ਜਾਂਦੀ ਹੈ ਕਿ ਉਹ ਮਾਣਮੱਤੀ ਸ਼ਖਸੀਅਤ ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਦੀਆਂ ਰਚਨਾਵਾਂ ਲਿਖੀਆਂ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਬਖੂਬੀ ਨਿਭਾਈ ਹੈ। ਔਰ ਤੁਹਾਡਾ ਜਨਮ ਔਰ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਜੀ? ਮੇਰਾ ਜਨਮ ਕਮਲ ਜੀ ਬਸਤੀ ਦਾਨਿਸ਼ਮੰਦਾ ਜਲੰਧਰ, ਜਿਨ੍ਹਾਂ ਨੂੰ ਦਾਨਿਆਂ ਦੀ ਬਸਤੀ ਕਿਹਾ ਜਾਂਦਾ ਹੈ। ਦਾਨਿਸ਼ਮੰਦਾ ਤੋਂ ਹੀ ਭਾਵ ਹੈ ਕਿ ਸੂਝਵਾਨ, ਸਮਝਦਾਰ, ਇੰਟੈਲੀਜੈਂਟ ਔਰ ਬਹੁਤ ਸਮਝਦਾਰ
ਬੜੀ ਸ਼ਿਕਸ਼ਿਤ ਮੇਰੀ ਬਸਤੀ ਦਾਨਿਸ਼ਮੰਦਾ, ਜਿੱਥੇ ਮੈਂ ਜਨਮ ਲਿਆ। ਮੈਂ 1955 ਦੇ ਵਿੱਚ ਮੇਰੀ ਡੇਟ ਆਫ ਬਰਥ ਹੈ। तो मैं बचपन जो बस्ती ਦਾਨਿਸ਼ਮੰਦਾ 'ਚ ਗੁਜ਼ਾਰਿਆ, ਉਸ ਤੋਂ ਬਾਅਦ ਜਿਵੇਂ ਆਮ ਬੱਚਿਆਂ ਦਾ ਜੀਵਨ ਹੁੰਦਾ, ਖੇਲਣਾ ਕੁੱਦਣਾ ਪੜ੍ਹਨਾ, ਸਨਾਤਨ ਧਰਮ ਸਕੂਲ ਦੇ ਵਿੱਚ ਮੇਰੀ ਮੁੱਢਲੀ ਸਿੱਖਿਆ ਹੋਈ। ਉਹ ਖੇਡਦੇ ਖੇਡਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਗੀਤਕਾਰੀ ਵੱਲ ਪੈ ਗਿਆ। ਕੋਈ ਵੀ ਰਾਈਟਰ ਸ਼ਾਇਦ ਇਹ ਤੇ ਨਹੀਂ ਦੱਸ ਸਕਦਾ ਤੇ ਮੈਂ ਕਿਹੜੀ ਤਰੀਕ ਨੂੰ ਰਾਈਟਰ ਬਣਿਆ। ਬਿਲਕੁਲ ਜੀ। ਪਰ ਇੰਨਾ ਜ਼ਰੂਰ ਅਹਿਸਾਸ ਹੁੰਦਾ ਕਿ ਮੈਂ ਉਹਨਾਂ ਦਿਨਾਂ 'ਚ ਪੜ੍ਹਦਾ ਸੀ ਸਕੂਲ ਦੇ ਵਿੱਚ, ਜਦੋਂ ਛੋਟੇ ਛੋਟੇ ਮੈਂ ਟੱਪੇ ਲਿਖ ਲੈਂਦਾ ਸੀ ਅਤੇ ਕਾਲਜ ਦੇ ਦਿਨਾਂ 'ਚ ਮੈਂ ਬਖੂਬੀ ਗੀਤ ਲਿਖਣ ਲੱਗ ਪਿਆ ਸੀ। ਇਹ ਸਮਝ ਲਓ ਕਿ ਸੰਗਤ ਦਾ ਅਸਰ ਜਾਂ ਮੇਰੇ ਪੇਰੈਂਟਸ ਦਾ, ਮੇਰਾ ਫਾਦਰ ਜੋ ਉਹ ਬਹੁਤ ਹੀ ਸੂਝਬਨ ਪੰਜਾਬੀ ਦੇ ਗਿਆਤਾ ਮੈਂ ਕਹਾਂਗਾ ਕਿ ਰਾਜਾ ਰਸਾਲੂ, ਰਾਜਾ ਹੋਡੀ, ਪੂਰਨ ਭਗਤ, ਜਾਨੀ ਚੋਰ, ਇਸ ਤਰ੍ਹਾਂ ਦੇ ਕਈ ਕਿੱਸੇ ਉਹਨਾਂ ਦੇ ਕੋਲੋਂ ਮੈਂ ਬਚਪਨ 'ਚ ਹੀ ਸੁਣੇ ਹੋਏ ਆ। ਰਮਾਇਣ ਦੀਆਂ ਕਹਾਣੀਆਂ, ਮਹਾਭਾਰਤ ਦੀਆਂ ਕਹਾਣੀਆਂ, ਸਤਿਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਸੰਬੰਧਿਤ, ਇਹ ਸਾਰੀਆਂ ਮੈਂ ਉਹਨਾਂ ਤੋਂ ਬਚਪਨ 'ਚ ਹੀ ਸੁਣੀਆਂ ਸੀ। ਉਹ ਸੁਣਨੀਆਂ ਔਰ ਮੈਂ ਦੂਸਰੇ ਦਿਨ ਜਦੋਂ ਉਹਨਾਂ ਨੂੰ ਦੱਸਦਾ ਸੀ ਕਿ ਕਿੱਥੋਂ ਛੱਡੀ ਹੈ ਤੇ ਦੁਬਾਰਾ ਕਹਾਣੀ ਫਿਰ ਸ਼ੁਰੂ ਹੁੰਦੀ ਸੀ। ਤਾਂ ਇਸ ਤਰ੍ਹਾਂ ਮੇਰਾ ਬਚਪਨ ਗੁਜ਼ਰਿਆ। ਬਚਪਨ ਤੋਂ ਬਾਅਦ ਕਾਲਜ ਦੀ ਪੜ੍ਹਾਈ, ਕਾਲਜ ਤੋਂ ਬਾਅਦ ਨੌਕਰੀ, ਨੌਕਰੀ ਤੋਂ ਬਾਅਦ ਹੁਣ ਰਿਟਾਇਰ। ਅੱਜ ਤੁਹਾਡੇ ਸਾਹਮਣੇ ਬੈਠਾ, ਜੋ ਸਵਾਲ ਕਰੋਗੇ ਉਹ ਮੈਂ ਤੁਹਾਡੇ ਲਈ ਤਿਆਰ ਹਾਂ। ਸ਼ੁਕਰੀਆ ਜੀ। ਜਲੰਧਰੀ ਸਾਹਿਬ, ਤੁਹਾਡੇ ਬਹੁਤ ਫੇਮਸ ਸੌਂਗ ਹੋਏ ਨੇ ਔਰ ਸਭ ਤੋਂ ਪਹਿਲਾਂ ਤੁਸੀਂ ਮਾਰਕੀਟ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਸੰਬੰਧੀ ਇੱਕ ਕਲੀਅਰ ਕੰਠ ਜੀ ਉਹਨਾਂ ਨੇ ਤੁਹਾਡੀ ਗਾਈ ਹੋਈ CD ਸੀਗੀ ਕਿ ਜਿਹਦੇ ਵਿੱਚ ਸਾਡੇ ਨੈਣਾ ਵਿੱਚ ਗੁਰੂ ਰਵਿਦਾਸ ਵਸਿਆ, ਨੈਣ ਖੋਲ੍ਹਾਂ ਕਿਵੇਂ। ਹਾਂਜੀ, ਉਹਦੇ ਵਿੱਚ ਤੁਸੀਂ ਕਿਹੜਾ ਸੌਂਗ ਲਿਖਿਆ ਔਰ ਤਕਰੀਬਨ ਸਾਰੇ ਸੌਂਗ ਪੂਰੀ ਕੈਸਟੀ ਹੋ ਵਰਲਡ ਫੇਮਸ ਹੋਈ ਆ। ਬਹੁਤ ਮਾਣ ਸਮਾਜ ਵੱਲੋਂ, ਬੜਾ ਹੀ ਸਤਿਕਾਰ ਉਹਨਾਂ ਸੀਡੀਆਂ ਨੂੰ ਮਿਲਿਆ ਔਰ ਕੰਠ ਕਲੇਰ ਜੀ ਨੂੰ ਉਹ CD ਬਣਾਉਣ ਵਾਲੀ ਆ ਅੱਜ ਕੰਠ ਕਲੇਰ ਜੀ, ਜਿਨ੍ਹਾਂ ਨੇ ਕਿ ਆਪਣੇ ਕੰਠ ਦੇ ਵਿੱਚੋਂ ਬਹੁਤ ਵਧੀਆ ਸੁਰਾਂ ਕੱਢ ਕੇ ਔਰ ਤੁਹਾਡੀ ਕਲਮਬੰਦ ਜੋ ਤੁਸੀਂ ਰਚਨਾਵਾਂ ਲਿਖਿਆ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬਖੂਬੀ ਢੰਗ ਦੇ ਨਾਲ ਉਹਨਾਂ ਨੂੰ ਨਿਭਾਇਆ। ਉਹਨਾਂ ਬਾਰੇ ਤੁਸੀਂ ਦੱਸੋ ਕੁਛ। ਇਹ ਜਿਹੜੀ ਐਲਬਮ ਸੀ ਕੰਠ ਕਲੇਰ ਦੀ ਪਹਿਲੀ ਧਾਰਮਿਕ ਐਲਬਮ ਸੀ। ਕਮਲ ਜੀ, ਇਸ ਧਾਰਮਿਕ ਐਲਬਮ ਦਾ ਪਹਿਲਾ ਨਾਂ ਸੀ ਮੇਹਰਾਂ ਦੇ ਮਾਲਕ। ਮੇਹਰਾਂ ਦੇ ਮਾਲਕ, ਠੀਕ ਹੈ ਜੀ। ਇਹ ਦੁਬਾਰਾ ਜਦੋਂ ਰਿਲੀਜ਼ ਕੀਤੀ ਗਈ ਸਾਡੇ ਨੈਣਾ ਵਿੱਚ ਗੁਰੂ ਰਵਿਦਾਸ ਵਸਿਆ ਦੇ ਨਾਂ ਦੇ ਜੀ SMI ਨੇ ਰਿਲੀਜ਼ ਕੀਤੀ। ਇਹਦੇ ਵਿੱਚ ਹਰ ਇੱਕ ਗੀਤ ਮਕਬੂਲ ਹੋਇਆ। ਇੱਕ ਗੀਤ ਤੋਂ ਇਲਾਵਾ ਬਾਕੀ ਸਾਰੀ ਐਲਬਮ ਮੇਰੀ ਲਿਖੀ ਹੋਈ ਸੀ। ਸਾਡੇ ਨੈਣਾ ਵਿੱਚ ਗੁਰੂ ਰਵਿਦਾਸ ਵਸਿਆ, ਨੈਣ ਖੋਲ੍ਹਾਂ ਕੇ ਵੀ ਅੱਜ ਵੀ ਹਰ ਮਤਲਬ ਕਿ ਰਵਿਦਾਸ ਧਰਮ ਦੇ ਨਾਲ ਸੰਬੰਧਿਤ ਗੁਰੂ ਘਰਾਂ ਦੇ ਵਿੱਚ ਵੱਜਦੀ ਹੈ। ਸੋ ਮੈਨੂੰ ਬੜਾ ਫਖਰ ਮਹਿਸੂਸ ਹੋਇਆ ਕਿ ਮੇਰੀ ਜੋ ਸੋਚ ਸੀ ਉਹਦੇ ਮੁਤਾਬਕ ਕੰਠ ਕਲੇਰ ਜੀ ਦੀ ਆਵਾਜ਼ ਨੂੰ ਲੋਕਾਂ ਨੇ ਸਰਾਇਆ, ਗੀਤਾਂ ਨੂੰ ਸਰਾਇਆ। ਉਹ ਮੈਂ ਆਪਣਾ ਕੰਟਰੀਬਿਊਸ਼ਨ ਜਿੰਨਾ ਕੁ ਕਰ ਸਕਦਾ ਸੀ ਗੀਤਾਂ ਨੇ ਕੀਤਾ। ਸੋ ਅੱਜ ਵੀ ਕੰਠ ਕਲੇਰ ਯਾਨੀ ਕਿ ਸੈਂਕੜੇ ਗੀਤ ਧਾਰਮਿਕ ਗਾ ਚੁੱਕਾ ਹੈ। ਉਹ ਤਕਰੀਬਨ ਉਹਦਾ ਹਰ ਗੀਤ ਇੱਕ ਮਕਬੂਲ ਹੁੰਦਾ। ਸੋ ਮੈਨੂੰ ਬੜਾ ਖੁਸ਼ੀ ਹੈ ਕਿ ਮੈਂ ਇਸ ਫੀਲਡ 'ਚ ਉਹਨੂੰ ਲੈ ਕੇ ਇੱਦਾਂ ਆਇਆ। ਔਰ ਇੱਕ ਹੋਰ ਬਹੁਤ ਫੇਮਸ ਸੌਂਗ ਹੋਇਆ ਸੀ ਜਿਹੜਾ ਕਿ ਹਰ ਗੁਰੂ ਘਰ, ਹਰ ਛੋਟੇ ਬੱਚੇ ਦੀ ਜ਼ੁਬਾਨ 'ਤੇ ਗੀਤ ਹੈ। ਉਹਦੇ ਵਿੱਚ ਬੋਲ ਸੀ ਸ਼ਾਇਦ, ਜਲੰਧਰੀ ਮਰਦ ਦਲੇਰ ਕਦੇ ਵੀ ਪਿੱਠ 'ਤੇ ਕਰਦੇ ਵਾਰ ਨਹੀਂ, ਜਾਨ ਜਾਂਦੀ ਜਾਵੇ ਲੱਖ ਵਾਰੀ ਕਦੇ ਸਿੰਧੀ ਅਤਿਆਚਾਰ ਨਹੀਂ। ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਅਤੇ ਕੌਮ ਦੇ ਅਸੀਂ ਗਦਾਰਾਂ ਨੂੰ ਕਿੱਦਾਂ ਸਬਕ ਸਿਖਾਉਣਾ ਅਤੇ ਕਿਵੇਂ ਕਹਿਣਾ ਜਾਣਦੇ ਹਾਂ, ਰਵਿਦਾਸ ਗੁਰੂ ਦੇ ਪੁੱਤਰ ਆ, ਹੱਕ ਲੈਣਾ ਜਾਣਦੇ ਹਾਂ। ਔਰ ਜਿਹੜੀ ਗੱਲ ਸਤਿਗੁਰੂ ਰਵਿਦਾਸ ਮਹਾਰਾਜ ਨੇ ਕੀਤੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅਨ, ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ। ਉਹੀ ਪਰੰਪਰਾ ਨੂੰ ਅੱਗੇ ਤੋਰਦਿਆਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਉਸੇ ਰਾਜ ਭਾਗ ਦੀ ਗੱਲ ਕੀਤੀ ਔਰ ਵਿਦਿਆ ਦੀ ਗੱਲ ਕੀਤੀ, ਪੜ੍ਹੋ ਜੁੜੋ ਸੰਘਰਸ਼ ਕਰੋ। ਔਰ ਉਸੇ ਤੁਸੀਂ ਹੱਕ ਦੀ ਗੱਲ ਕੀਤੀ ਹੈ ਔਰ ਤੁਹਾਡੇ ਦਿਲੀ ਜੋ ਭਾਵਨਾਵਾਂ ਸੀ ਤੁਸੀਂ ਉਸ ਸੌਂਗ ਦੇ ਵਿੱਚ ਬਿਲਕੁਲ ਇਕੱਲੇ ਅਕਸ਼ਰ ਦੇ ਵਿੱਚ ਆਪਣੇ ਦਿਲ ਦੀਆਂ ਭਾਵਨਾਵਾਂ ਉਹ ਮੜ ਜਾ ਆਪਣੇ ਦਰਸ਼ਕਾਂ ਨੂੰ ਦੱਸੋ। ਐਕਚੁਅਲੀ ਕਮਲ ਜੀ ਇਸ ਤਰ੍ਹਾਂ ਸੀ ਕਿ ਉਸ ਤੋਂ ਪਹਿਲਾਂ ਮਿਸ ਪੂਜਾ ਦਾ ਗੀਤ ਬੇਗਮਪੁਰਾ ਵਸਾਉਣਾ ਹਿੱਟ ਹੋਇਆ ਸੀ ਅਤੇ ਹਰ ਇੱਕ ਚੰਗੇ ਰਾਈਟਰ ਨੂੰ, ਚੰਗੇ ਗਾਇਕ ਨੂੰ ਇਹ ਉਮੀਦ ਹੁੰਦੀ ਹੈ ਕਿ ਮੇਰੇ ਕੋਲੋਂ ਅੱਛਾ ਕੋਈ ਕੰਮ ਹੋਵੇ
ਤਾਂ ਕਿ ਜਿਵੇਂ ਇਹ ਸਰਾਇਆ ਗਿਆ ਮੇਰਾ ਵੀ ਕੰਮ ਸਰਾਇਆ ਜਾਵੇ। ਤੇ ਮੈਨੂੰ ਉਸ ਟੌਪਿਕ ਮਿਲਿਆ ਕਿ ਮੈਂ ਵੀ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸੰਬੰਧਿਤ ਕੋਈ ਇਸ ਤਰ੍ਹਾਂ ਦਾ ਆਪਣੀ ਕੌਮ ਨੂੰ, ਆਪਣੇ ਸਮਾਜ ਨੂੰ ਐਸਾ ਕੋਈ ਗੀਤ ਦੇਵਾਂ ਜਿਹਦੇ 'ਚ ਜੋਸ਼ ਭਰਿਆ ਜਾਵੇ, ਜਿਹਦੇ 'ਚ ਉਹਨਾਂ ਨੂੰ ਆਪਣਾ ਅੰਦਰ ਦਾ ਜਿਹੜਾ ਜੋਸ਼ੀਲਾਪਨ ਹੈ ਉਹਦਾ ਸਾਹਮਣੇ ਆਵੇ। ਅਸੀਂ ਕੌਮ ਨੂੰ ਦਲੇਰ ਵੀ ਦੇਖਣਾ ਚਾਹੁੰਦੇ ਹਾਂ। ਪੂਜਾ ਪਾਠ ਤਾਂ ਜ਼ਰੂਰੀ ਹੈ, ਪਰ ਲੇਕਿਨ ਅਣਖੀ ਵੀ ਹਾਂ ਅਸੀਂ। ਰਵਿਦਾਸੀਏ ਸਮਝੋ ਕਿ ਅਣਖਾਂ ਦਾ ਰਖਵਾਲਾ ਹੁੰਦਾ ਹੈ। ਅਤੇ ਮੈਂ ਉਹ ਗੀਤ ਦੇ ਵਿੱਚ ਪ੍ਰੇਮ ਪਿਆਰ ਭਾਈਚਾਰੇ ਦਾ ਸਾਨੂੰ ਸਬਕ ਪੜ੍ਹਾਇਆ ਗੁਰੂਆਂ ਨੇ। ਗਊ ਗਰੀਬ ਦੀ ਰੱਖਿਆ ਲਈ ਸਾਨੂੰ ਫਰਜ਼ ਸਿਖਾਇਆ ਗੁਰੂਆਂ ਨੇ। ਸਾਡੀ ਅਣਖ ਨੂੰ ਕੋਈ ਵੰਗਾਰੇ ਜੇ, ਵੈਰੀ ਬਣ ਲਲਕਾਰੇ ਜੇ, ਮਧੂ ਮੱਖੀਆਂ ਦੇ ਵਾਂਗੋਂ ਫਿਰ ਟੁੱਟ ਪੈਣਾ ਜਾਣਦੇ ਹਾਂ, ਰਵਿਦਾਸ ਗੁਰੂ ਦੇ ਪੁੱਤਰ ਹਾਕ ਲੈਣਾ ਜਾਣਦੇ ਹਾਂ। ਸੋ ਇਹ ਜਿਵੇਂ ਬੋਲ ਲਿਖੇ, ਮੇਰੇ ਕੋਈ ਸੱਜਣਾ ਮਿੱਤਰਾਂ ਨੇ ਜਦੋਂ ਇਹ ਸੁਣੇ ਤਾਂ ਬੜੀ ਅੱਛੀ ਗੱਲ ਲੱਗੀ। ਅਤੇ ਉਹਨਾਂ ਨੇ ਕਿਹਾ ਜਲਦੀ ਰਿਕਾਰਡ ਕਰਾਓ। ਅਤੇ ਜਦੋਂ ਕੰਠ ਕਲੇਰ ਦੇ ਨਾਲ ਸਾਂਝਾ ਕੀਤਾ ਗੀਤ, ਸੋ ਉਹਨੇ ਆਪਣਾ ਮਿਊਜ਼ਿਕ ਤਿਆਰ ਕਰਕੇ ਗੀਤ ਗਾਇਆ ਅਤੇ ਰਾਤੋਂ ਰਾਤ ਇਹ ਗੀਤ ਸੁਪਰ ਹਿੱਟ ਹੋ ਗਿਆ। ਜਾਂ ਫਿਰ ਬੇਗਮਪੁਰਾ ਬਸੋਣਾ ਵੱਜਦਾ ਸੀ ਅਤੇ ਜਾਂ ਫਿਰ ਰਵਿਦਾਸ ਗੁਰੂ ਦੇ ਪੁੱਤਰ ਹੱਕ ਹੱਕ ਗੀਤ ਨੇ ਬਹੁਤ ਜ਼ਿਆਦਾ ਯਾਨੀ ਲੋਕਾਂ ਦੇ ਦਿਲਾਂ ਦੇ ਵਿੱਚ ਕਰ ਦਿੱਤਾ। ਜਲੰਧਰੀ ਸਾਹਿਬ, ਹੁਣ ਤੱਕ ਤੁਹਾਡੇ ਕਿੰਨੇ ਸਿੰਗਰਾਂ ਨੇ ਜਿਹੜੇ ਕਿ ਤੁਸੀਂ ਰਚਨਾਵਾਂ, ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਤਾਂ ਬੇਖੂਬੀ ਨਿਭਾਈ ਹੈ, ਉਹ ਤਾਂ ਹਰ ਇੱਕ ਨੂੰ ਪਤਾ ਹੈ। ਔਰ ਨਾਲ ਦੀ ਨਾਲ ਤੁਸੀਂ ਜੋ ਕਿ ਗੌਰਮੈਂਟ ਦੇ ਵਿੱਚ ਵੀ ਤੁਸੀਂ ਆਪਣੀ ਸਰਵਿਸ ਵੀ ਕੀਤੀ, ਉਹ ਵੀ ਬੇਖੂਬੀ ਸੇਵਾ ਨਿਭਾਈ ਹੈ। ਔਰ ਅੱਜ ਵੀ ਤੁਸੀਂ ਸੇਵਾ ਨਿਭਾ ਰਹੇ ਹੋ। ਔਰ ਜਿਹੜੇ ਕਿ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀਆਂ ਰਚਨਾਵਾਂ, ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਜੀਵਨ ਅਤੇ ਮਿਸ਼ਨ 'ਤੇ ਰਚਨਾਵਾਂ ਅਨੇਕਾਂ ਲਿਖੀਆਂ, ਹੁਣ ਤੱਕ ਕਿਹੜਾ ਸਿੰਗਰ ਤੁਹਾਡੀ ਲਿਖੀ ਹੋਈ ਕਲਮ ਦੇ ਜ਼ਰੀਏ ਔਰ ਕਿਹੜਾ ਸਿੰਗਰ ਆਪਣੀ ਆਵਾਜ਼ ਦੇਖ ਚੁੱਕਾ? ਜਾਣਦੇ ਹੋ ਕਿ ਸਾਬਰਕੋਟੀ, ਕੰਠ ਕਲੇਰ ਨੇ ਬਹੁਤ ਸਾਰੇ ਗੀਤ ਗਾਏ। ਗੁਰਲੇਜ ਅਖਤਰ, ਤੁਹਾਡੇ ਬਲਵਿੰਦਰ ਬਿੱਟੂ ਜੀ, ਮਿਸ ਪੂਜਾ ਜੀ, ਤੋਂ ਮਨਜੀਤ ਰੂਪੋਵਾਲੀਆ, ਇਸ ਤਰ੍ਹਾਂ ਬਹੁਤ ਸਾਰੇ ਹੋਰ ਸਿੰਗਰ, ਗਿੰਨੀ ਮਾਹੀ ਜੀ, ਇਹਨਾਂ ਨੇ ਬਹੁਤ ਸਾਰੇ ਮੇਰੇ ਗੀਤ ਗਾਏ ਨੇ। ਬਾਕੀ ਕੁਛ ਗੀਤ ਗਾ ਰਹੇ ਨੇ, ਜਿਵੇਂ ਕਿ ਸੋਨੂ ਹੀਰ ਨੇ ਹੁਣੇ ਗੀਤ ਰਿਕਾਰਡ ਕੀਤਾ ਅਣਖੀ ਕੌਮ ਦਲੇਰਾਂ ਦੀ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਿੰਗਰ ਜਿਹੜੇ ਮੇਰੇ ਗੀਤ ਗਾ ਵੀ ਰਹੇ ਨੇ, ਗਾਏ ਵੀ ਨੇ। ਇੱਕ ਤੁਸੀਂ ਬਹੁਤ ਵਧੀਆ ਸੰਦੇਸ਼ ਦਿੱਤਾ ਸੀ ਕਿ ਨਾ ਚੁੱਕੋ ਤਲਵਾਰਾਂ ਵੀਰੋ, ਨਾ ਚੁੱਕੋ ਤਲਵਾਰਾਂ। ਧਰਮ ਤੇ ਪਿਆਰ ਸਿਖਾਉਂਦਾ ਹੈ, ਸੇਵਾ ਸਿਮਰਨ ਦੇ ਨਾਲ ਡਾਢਾ ਪਿਆਰ ਸਿਖਾਉਂਦਾ ਹੈ। ਕੁਛ ਇੱਦਾਂ ਦੀਆਂ ਲਾਈਨਾਂ ਲਿਖੀਆਂ। ਗੁਰੂ ਰਵਿਦਾਸ ਮਹਾਰਾਜ ਜੀ ਨੇ ਜੋ ਸਾਡੇ ਜੀਵਨ ਦੇ ਵਿੱਚ ਸਾਨੂੰ ਹਮੇਸ਼ਾ ਸਿੱਖਿਆ ਦਿੱਤੀ ਹੈ ਪ੍ਰੇਮ ਪਿਆਰ ਭਾਈਚਾਰੇ ਦੀ। ਮੈਂ ਉਹ ਦੱਸਣਾ ਚਾਹੁੰਦਾ ਸੀ ਕਿ ਧਰਮ ਦਾ ਕੋਈ ਵੀ ਹੋਵੇ, ਕੋਈ ਧਰਮ ਨਹੀਂ ਮਾੜਾ, ਮਾੜੇ ਮਨਮੁਖ ਹੁੰਦੇ ਨੇ। ਮਨਮੁਖ ਜਿਹੜਾ ਉਹ ਮਾੜਾ ਹੁੰਦਾ। ਧਰਮ ਤਾਂ ਸਾਨੂੰ ਪਿਆਰ ਹੀ ਸਿਖਾਉਂਦਾ। ਕੋਈ ਵੀ ਕਿਸੇ ਵੀ ਧਰਮ 'ਚ ਚੱਲ ਜਾਓ ਤਾਂ ਸਾਨੂੰ ਨਿਮਰਤਾ ਸਿਖਾਉਂਦਾ। ਜੇ ਕੋਈ ਲੋੜਾ ਪਰਮ ਸੁਖ ਤੋਂ ਰਾਖੇ ਮਨ ਸੰਤੋਸ਼, ਰਵਿਦਾਸ ਜਹਾਂ ਸੰਤੋਸ਼ ਹੈ ਤਹਾਂ ਨਾ ਲਾਗੇ ਦੋਸ਼। ਇਹ ਪ੍ਰੇਮ ਦੀ ਹੀ ਗੱਲ ਕਰਦੇ ਨੇ, ਸ਼ਰਧਾ ਦੀ ਹੀ ਗੱਲ ਕਰਦੇ ਨੇ। ਸੋ ਉਸ ਬੇਸ 'ਤੇ ਆ ਕੇ ਮੈਂ ਆਪਣੀ ਸੋਚ ਸੀ ਕਿ ਅਸੀਂ ਐਵੇਂ ਹੀ ਗੱਲ ਦੇ ਉੱਤੇ ਹਥਿਆਰਾਂ ਦੀ ਗੱਲ ਕਰਨ ਲੱਗ ਪੈਂਦੇ ਹਾਂ। ਸਭ ਤੋਂ ਪਹਿਲਾਂ ਧਰਮ ਤਾਂ ਸਾਨੂੰ ਪਿਆਰ ਹੀ ਸਿਖਾਉਂਦਾ, ਇਸ ਕਰਕੇ ਇਹ ਗੀਤ ਦੀ ਰਚਨਾ ਹੋਈ ਸੀ। ਆਓ ਆਪਾਂ ਜਿਹੜਾ ਕਿ ਜਲੰਧਰੀ ਸਾਹਿਬ ਦੀ ਕਲਮ ਤੋਂ ਲਿਖਿਆ ਹੋਇਆ ਇਹ ਬਹੁਤ ਫੇਮਸ ਸੌਂਗ ਹੋਇਆ ਸੀ, ਆਓ ਆਪਾਂ ਉਹ ਸੌਂਗ ਦੀਆਂ 4 ਲਾਈਨਾਂ ਸੁਣਦੇ ਹਾਂ ਜੀ। ਲੱਖਾਂ ਵੇਖੀਆਂ ਤਸਵੀਰਾਂ ਜਗ ਅੰਦਰ, ਤੂੰ ਰੱਬ ਦਾ ਏ ਅਵਤਾਰ ਸਤਿਗੁਰ, ਆਇਆ ਗਰੀਬਾਂ ਦਾ ਕਰਨ ਉਧਾਰ ਆਪੇ, ਦਿੱਤੇ ਪੱਥਰ ਵੀ ਗੰਗਾ ਵਿੱਚ ਤਾਰ ਸਤਿਗੁਰ। Basic
ਇਹ ਜਿਹੜਾ ਗੀਤ ਤੁਸੀਂ ਸੁਣ ਕੇ ਹਟੇ ਹੋ ਮਦਨ ਜਲੰਧਰੀ ਜੀ ਦੀ ਕਲਮ ਤੋਂ ਲਿਖਿਆ ਹੋਇਆ Song ਹੈ ਔਰ ਬਹੁਤ ਇਸ ਰਚਨਾ ਨੂੰ ਮਾਣ ਔਰ ਬੜਾ ਹੀ ਸਤਿਕਾਰ। ਆਓ ਆਪਾਂ ਹੋਰ ਮਦਨ ਜਲੰਧਰੀ ਜੀ ਨਾਲ ਗੱਲਬਾਤ ਕਰਦੇ ਹਾਂ। ਜਲੰਧਰੀ ਸਾਹਿਬ, ਜਦੋਂ ਤੁਸੀਂ ਜੌਬ ਕੀਤੀ, ਕਿਉਂਕਿ ਬਹੁਤ ਪ੍ਰੋਬਲਮਾਂ ਆਉਂਦੀਆਂ ਆ ਹਰ ਬੰਦੇ ਨੂੰ ਜੌਬ ਦੀ ਕਰਨ ਵੇਲੇ ਵੀ, ਜਿਹੜਾ ਮਰਜ਼ੀ ਫੀਲਡ ਹੋਵੇ, ਕਾਫੀ ਪ੍ਰੋਬਲਮਾਂ ਆਉਂਦੀਆਂ, ਕਾਫੀ ਦਿੱਕਤਾਂ ਆਉਂਦੀਆਂ, ਔਰ ਕੀ ਤੁਹਾਨੂੰ ਕਿਹੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਸ ਦੇ ਵਿੱਚ? ਦੇਖੋ, ਅਸੀਂ ਕਲਾਕਾਰ ਤਕਰੀਬਨ ਕਿਸੇ ਵੀ ਫੀਲਡ 'ਚ ਨੇ, ਚਾਹੇ ਉਹ ਗਾਇਕ ਹੈ, ਚਾਹੇ ਰਾਈਟਰ ਹੈ, ਚਾਹੇ ਸੰਗੀਤਕਾਰ ਹੈ, ਉਹਨੂੰ ਕੁਛ ਨਾ ਕੁਛ ਮੁੱਢਲੇ ਰੂਪ ਦੇ ਵਿੱਚ ਤਕਲੀਫਾਂ ਆਉਂਦੀਆਂ ਹੀ ਹੈ। ਕਿਸੇ ਨੂੰ ਗਰੀਬੀ ਦੀ ਤਕਲੀਫ ਹੈ, ਕਿਸੇ ਨੂੰ ਹੋਰ ਕੋਈ ਪੈਸੇ ਦੀ ਤਕਲੀਫ, ਮਤਲਬ ਕਿ ਉਹ ਗਰੀਬੀ 'ਚ ਆ ਜਾਂਦੀ ਹੈ। ਬਹੁਤ ਸਾਰੀਆਂ ਤਕਲੀਫਾਂ, ਉਹ ਤਕਲੀਫਾਂ ਤੋਂ ਬਿਨਾਂ ਕਲਾਕਾਰ ਉਪਜਦਾ ਹੀ ਨਹੀਂ, ਬਣਦਾ ਹੀ ਨਹੀਂ। ਮੇਰੇ ਨਾਲ ਵੀ ਕਈ ਤਕਲੀਫਾਂ ਹੋਈਆਂ, ਕਈ ਪ੍ਰੋਬਲਮ ਸਾਹਮਣੇ ਆਈਆਂ ਨੇ, ਪਰ ਉਹਨਾਂ ਨੂੰ ਪ੍ਰੋਬਲਮ ਹਰ ਇੱਕ ਨੇ ਆਪਣੇ ਆਪਣੇ ਢੰਗ ਦੇ ਨਾਲ ਪੇਸ਼ ਕਰਨਾ ਅਤੇ ਹਰ ਇੱਕ ਢੰਗ ਦੇ ਨਾਲ ਫੇਸ ਕਰਨਾ। ਤਾਂ ਮੇਰੀਆਂ ਪ੍ਰੋਬਲਮਸ ਮੇਰੇ ਨਾਲ ਸੀ, ਪਰ ਮੈਂ ਸਮਝਦਾ ਕਿ ਉਹ ਸਾਰੀਆਂ ਪ੍ਰੋਬਲਮਸ ਨੂੰ ਟੈਕਲ ਕਰਦਿਆਂ ਹੋਇਆ ਮੇਰੀ ਜਦੋਂ ਜੌਬ ਲੱਗੀ ਹੈ, ਮੈਂ ਦਿੱਲੀ ਦੇ ਵਿੱਚ ਜੁਆਇਨ ਕੀਤੀ ਹੈ। 25 ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਚੰਡੀਗੜ੍ਹ ਤੋਂ ਰਿਟਾਇਰ ਹੋਇਆ। ਰਿਟਾਇਰਮੈਂਟ ਮੈਂ ਆਪ ਲਈ ਸੀ। ਡੇਰਾ ਸਵਾਮੀ ਜਗਤ ਗਿਰੀ ਜੀ ਮਹਾਰਾਜ ਪਠਾਨਕੋਟ ਮੈਂ ਸੇਵਾ 'ਤੇ ਗਿਆ। ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਮੇਰੇ ਰਹਿਬਰ ਨੇ, ਉਹਨਾਂ ਤੋਂ ਨਾਮਦਾਨ ਦੀ ਦੀਕਸ਼ਾ ਪ੍ਰਾਪਤ ਹੋਈ। ਉਹਨਾਂ ਦੀਆਂ ਸਾਖੀਆਂ ਸੁਣਨ ਤੋਂ ਮਗਰੋਂ ਮੇਰਾ ਪਿਆਰ ਜਿਹੜਾ ਉਹਨਾਂ ਦੇ ਨਾਲ ਵੱਧਦਾ ਗਿਆ। ਨੌਕਰੀ ਨੂੰ ਮੈਂ ਫਿਰ ਤਰਜੀਹ ਨਹੀਂ ਦਿੱਤੀ। ਜਿਹੜੇ ਗੀਤ ਲਿਖਦਾ, ਗੀਤ ਇੱਕ ਸਕੂਨ ਦਾ ਵਿਸ਼ਾ ਹੁੰਦਾ। ਇਹ ਮੈਨੂੰ ਸਕੂਨ ਮਿਲਦਾ ਸੀ ਜਦੋਂ ਮੈਂ ਧਾਰਮਿਕ ਗੀਤ ਲਿਖਦਾ ਸੀ। ਮੇਰਾ ਫਰਜ਼ ਬਣਦਾ ਕਿ ਮੈਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਕੌਮ 'ਚੋਂ ਹਾਂ, ਉਹਦੇ ਪਰਿਵਾਰ 'ਚੋਂ ਹਾਂ, ਤਾਂ ਮੈਂ ਉਹਨਾਂ ਦੇ ਗੀਤ ਲਿਖਾਂ। ਫਿਰ ਇਹਨਾਂ ਦਾ ਸਿਲਸਿਲਾ ਮੈਨੂੰ ਜਿਉਂ ਚੱਲਦਾ ਰਿਹਾ ਸੋ ਅੱਜ ਤੱਕ ਸੈਂਕੜੇ ਗੀਤ ਜਿਹੜੇ ਸਤਿਗੁਰੂ ਰਵਿਦਾਸ ਮਹਾਰਾਜ 'ਤੇ ਲਿਖੇ ਨੇ ਤੋਂ ਮਕਬੂਲ ਹੋਏ ਨੇ। ਜਿਉਂ ਦੁਨੀਆ ਦਾ ਪਿਆਰ ਮਿਲਦਾ, ਹੋਰ ਉਤਸ਼ਾਹ ਬਣਦਾ ਕਿ ਮੈਂ ਹੋਰ ਲਿਖਾਂ। ਤੁਹਾਡੇ ਤਾਂ ਬਾਲੀਵੁੱਡ ਦੇ ਵਿੱਚ ਵੀ ਕਾਫੀ ਗੀਤ ਜਲੰਧਰੀ ਸਾਹਿਬ ਹਾਂਜੀ। ਅੱਜ ਵੀ ਲੋਕਾਂ ਦੇ ਕੰਨਾਂ ਨੂੰ ਰਸ ਮਿਲਦਾ, ਬਹੁਤ ਵਧੀਆ। ਉਹ ਮੇਰੇ ਪੰਜਾਬੀ ਫੀਲਡ ਦਾ ਦਾਇਰਾ, ਪੰਜਾਬੀ ਗੀਤਕਾਰੀ, ਉਹਦੀ ਮੈਂ ਗੱਲ ਨਹੀਂ ਕਰ ਰਿਹਾ। ਬਹੁਤ ਸਾਰੇ ਮੇਰੇ ਜਿਹੜੇ ਫੈਨਸ ਨੇ, ਬਹੁਤ ਸਾਰੇ ਮੇਰੇ ਜਿਹੜੇ ਸ਼ਾਗਿਰਦ ਵੀ ਨੇ, ਉਹ ਬਹੁਤ ਸਾਰੇ ਮੇਰੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੇ ਮੇਰੇ ਗੀਤਾਂ ਨੂੰ ਮਕਬੂਲ ਕੀਤਾ। ਭਾਵੇਂ ਉਹ ਹੰਸਰਾਜ ਜੀ ਦੇ ਨੇ, ਭਾਵੇਂ ਉਹ ਜੱਸੀ ਸਿੱਧੂ ਦੇ ਨੇ, ਕੰਠ ਕਲੇਰ ਦੇ ਨੇ, ਸਾਬਰ ਕੋਟੀ ਦੇ ਨੇ, ਕਈ ਗਾਇਕਾਂ ਨੇ, ਮੇਜਰ ਰਾਜਸਥਾਨੀ, ਰਾਜ ਬਰਾੜ, ਸਰਬਜੀਤ ਕੌਰ, ਸੁਰਿੰਦਰ ਕੌਰ, ਬੜੇ ਨੇ ਗੀਤ ਗਾਏ। ਪਰ ਇੱਥੇ ਗੱਲ ਹੋ ਰਹੀ ਹੈ ਸਾਡੀ ਸਤਿਗੁਰੂ ਰਵਿਦਾਸ ਮਹਾਰਾਜ ਨਾਲ। ਜੀ ਬਿਲਕੁਲ। ਅੱਜ ਤੱਕ ਸਮਾਜ ਦੇ ਪ੍ਰਤੀ ਤੁਹਾਨੂੰ ਕਿੰਨੇ ਅਵਾਰਡਸ ਔਰ ਕਿਹੜਾ ਅਵਾਰਡ ਮਿਲ ਚੁੱਕਾ, ਔਰ ਗੋਲਡ ਮੈਡਲਾਂ ਦੇ ਨਾਲ ਵੀ ਤੁਹਾਨੂੰ ਸਮਾਜ ਤੋਂ ਜਿਹੜੀਆਂ ਤੁਹਾਡੀਆਂ ਸੇਵਾ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਗੋਲਡ ਮੈਡਲਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ? ਮੈਨੂੰ ਬਰਮਿੰਘਮ ਇੰਗਲੈਂਡ ਦੇ ਵਿੱਚ ਇੱਕ ਸੰਸਥਾ ਹੈ, ਰਘਵੀਰ ਸਿੰਘ ਗਾਫਾ ਸਾਹਿਬ, ਉਹਨਾਂ ਦੀ ਸੰਸਥਾ ਨੇ ਮੈਡਲ ਦਿੱਤਾ, ਸਨਮਾਨ ਕੀਤਾ। ਉਸ ਤੋਂ ਬਾਅਦ ਜਨ ਹਿਤ ਸੁਧਾਰ ਸਭਾ ਜਲੰਧਰ ਦੀ ਇੱਕ ਬਹੁਤ ਵੱਡੀ ਸੰਸਥਾ ਹੈ, ਹਰ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਦਾ 1 ਤਰੀਕ ਨੂੰ ਸ਼ੁਭਕਾਮਨਾਵਾਂ, ਸਾਰੇ ਸੰਦੇਸ਼ ਦਿੰਦੇ ਨੇ ਪ੍ਰੇਮ ਪਿਆਰ ਦਾ। ਹਰ ਸਾਲ 1 ਤਰੀਕ ਨੂੰ ਸਤਸੰਗ ਕਰਦੇ ਨੇ। ਤੋ ਉਹਨਾਂ ਨੇ ਮੈਨੂੰ ਫਖਰੇ ਕੌਮ ਅਵਾਰਡ ਦੇ ਨਾਲ ਨਵਾਜਿਆ। ਉਸ ਤੋਂ ਬਾਅਦ ਡੇਰਾ ਸਵਾਮੀ ਜਗਤ ਗਿਰੀ ਜੀ ਮਹਾਰਾਜ ਪਠਾਨਕੋਟ, ਉੱਥੋਂ ਦੇ ਟਰਸਟ ਨੇ ਮੈਨੂੰ 골ਡ ਮੈਡਲ ਦਿੱਤਾ। ਡੇਰਾ ਪੰਡਵਾ ਜੋ ਡੇਰਾ ਹੰਸਰਾਜ ਜੀ ਮਹਾਰਾਜ, ਸਤਿਗੁਰੂ ਮਹਿੰਦਰਪਾਲ ਜੀ ਬਹੁਤ ਉਮਦਾ ਕੰਮ ਕਰ ਰਹੇ ਨੇ, ਔਰ ਕੌਮ ਦੇ ਜਿੰਨੇ ਵੀ ਰਾਈਟਰ ਨੇ, ਜਿੰਨੇ ਵੀ ਗਾਇਕ ਨੇ, ਸਭ ਨੂੰ ਉਹ ਸਨਮਾਨ ਕਰਦੇ ਨੇ, ਬਹੁਤ ਪਿਆਰ ਕਰਦੇ ਨੇ। ਉਹਨਾਂ ਨੇ ਵੀ ਮੈਨੂੰ 골ਡ ਮੈਡਲ ਨਾਲ ਨਵਾਜਿਆ। ਸੋ ਇਸ ਤਰ੍ਹਾਂ ਬਹੁਤ ਸਾਰੇ ਹੋਰ ਇਸ ਤਰ੍ਹਾਂ ਥਾਂ ਤੇ ਹੁੰਦਾ ਰਹਿੰਦਾ। ਮੈਂ ਸਮਝਦਾ ਕਿ ਇਹ ਜਿਹੜੇ ਸਨਮਾਨ ਨੇ ਇਹ ਸਾਡਾ ਹੌਸਲਾ ਵਧਾਉਂਦੇ ਨੇ। ਜਿਵੇਂ ਹਰ ਆਦਮੀ ਦੀ ਤਰੱਕੀ ਦੇ ਪਿੱਛੇ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਹੈ। ਜੇ ਗੁਰੂ ਰਵਿਦਾਸ ਮਹਾਰਾਜ ਦੇ ਪਿੱਛੇ ਵੀ ਕਿਸੇ ਦਾ ਹੱਥ ਸੀ, ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ ਜੋ ਮਿਸ਼ਨ ਹੈ, ਔਰ ਬਾਬਾ ਸਾਹਿਬ ਨੇ, ਜੇ ਅੱਜ ਆਪਾਂ ਬਾਬਾ ਸਾਹਿਬ ਨੇ ਹੱਥ ਦੇ ਵਿੱਚੋਂ ਰੰਬਾ ਔਰ ਟੱਲਾ ਛਡਾ ਕੇ ਸਾਡੇ ਹੱਥ ਦੇ ਵਿੱਚ ਪੈਨ ਫੜਾਇਆ, ਇਹਦੇ ਪਿੱਛੇ ਵੀ ਰਮਾਬਾਈ ਅੰਬੇਡਕਰ ਜੀ, ਜਿਹੜੇ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਧਰਮ ਪਤਨੀ ਸੀ, ਉਹਨਾਂ ਦਾ ਬਹੁਤ ਵਿਸ਼ੇਸ਼ ਯੋਗਦਾਨ ਰਿਹਾ। ਕਿਉਂਕਿ
ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਵਿੱਚ ਰੋੜਾ ਨਹੀਂ ਬਣੇ। ਜੋ ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਰੋੜਾ ਬਣਦੇ, ਸ਼ਾਇਦ ਅੱਜ ਆਪਾਂ ਵੀ ਇਸ ਕੁਰਸੀ ਤੇ ਨਾ ਬੈਠੇ ਹੁੰਦੇ, ਆਪਾਂ ਵੀ ਵਧੀਆ ਵਧੀਆ ਟਾਈ ਕੋਟ ਪੈਂਟ ਪਾ ਕੇ ਨਾ ਘੁੰਮਦੇ ਹੁੰਦੇ, ਏਸੀ ਗੱਡੀਆਂ ਵਿੱਚ ਨਾ ਘੁੰਮਦੇ ਹੁੰਦੇ, ਆਪਾਂ ਵੀ ਵਧੀਆ ਵਧੀਆ ਮਹਿਲ ਮਨਾਰਿਆਂ ਦੇ ਵਿੱਚ ਨਾ ਘੁੰਮਦੇ ਹੁੰਦੇ, ਹਵਾਈ ਜਹਾਜ਼ਾਂ ਦੀਆਂ ਸੈਰਾਂ ਨਾ ਕਰਦੇ ਆਪਾਂ ਵੀ, ਜੇ ਰਮਾਬਾਈ ਅੰਬੇਡਕਰ ਜੀ ਦਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਵਿੱਚ ਸਹਿਯੋਗ ਨਾ ਹੁੰਦਾ। ਕੀ ਤੁਹਾਨੂੰ ਤੁਹਾਡੀ ਫੈਮਿਲੀ ਵੱਲੋਂ ਪੂਰੀ ਸਪੋਰਟ ਹੈ ਜੀ? ਹਾਂ ਬਿਲਕੁਲ, ਬਚਪਨ ਤੋਂ ਹੀ ਮੇਰੇ ਫੈਮਿਲੀ ਦੀ ਮੇਰੇ ਨਾਲ ਸਪੋਰਟ ਰਹੀ ਹੈ। ਇਨੀਸ਼ੀਅਲ ਤੌਰ ਤੇ ਹਰ ਇੱਕ ਮਾਤਾ ਪਿਤਾ ਮਨ ਦੇ ਕਿੰਨੇ ਵੀ ਕਿਉਂ ਨਾ ਕੋੜੇ ਹੋਣ, ਜ਼ੁਬਾਨ ਦੇ ਕੋੜੇ ਹੁੰਦੇ ਨੇ, ਮਨ ਦੇ ਮੈਲੇ ਨਹੀਂ ਹੁੰਦੇ। ਸੋ ਮਨ ਤੋਂ ਹਮੇਸ਼ਾ ਮਾਂ-ਬਾਪ ਜਿਹੜਾ ਬੱਚਿਆਂ ਦੇ ਭਲੇ ਦੇ ਵਾਸਤੇ ਹੀ ਸੋਚਦਾ। ਉਹਨਾਂ ਨੂੰ ਕਦੀ ਲੱਗਦਾ ਹੋਏਗਾ ਵੀ ਇਹ ਕਿਹੜੀ ਲਾਈਨ ਦੇ ਵਿੱਚ ਜਾ ਰਿਹਾ, ਪਰ ਲੇਕਿਨ ਉਹਨਾਂ ਨੇ ਪ੍ਰੇਜ਼ ਹੀ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਨੂੰ ਕੁਝ ਲਿਖਣਾ ਆਉਂਦਾ ਹੈ। ਜਦੋਂ ਮੇਰੇ ਕੋਲ ਉਹਨਾਂ ਨੇ ਪੁੱਛਿਆ ਵੀ ਕੀ ਲਿਖਦਾ ਹੈ, ਮੈਂ ਦੱਸਿਆ ਕੁਝ ਬੋਲ ਸਨ। ਜਦੋਂ ਸਭ ਤੋਂ ਪਹਿਲਾਂ ਮੇਰਾ ਇਮਤਿਹਾਨ ਲਾ ਲਓ, ਮੇਰੇ ਪਿਤਾ ਜੀ ਬੈਠੇ ਸਨ, ਮਾਤਾ ਜੀ ਨੇ ਕੰਪਲੇਂਟ ਕੀਤੀ ਵੀ ਇਹ ਚੋਰੀ ਵੜ ਕੇ ਪਤਾ ਨਹੀਂ ਕੀ ਅੰਦਰ ਲਿਖਦਾ ਰਹਿੰਦਾ ਜੀ। ਤਾਂ ਜਦੋਂ ਮੈਂ ਪਿਤਾ ਨੂੰ ਗੱਲ ਸੁਣਾਈ, ਉਹ ਅੱਖਰ ਸਨ, ਮੈਨੂੰ ਯਾਦ ਆ ਕਿ ਸਰਜੀਤ ਬਿੰਦ ਰੱਖੀਏ ਨੇ ਵੱਲੋਂ ਲੁਕਾਏ ਸੀ। ਮਾਤਾ ਜੀ ਨੇ ਪਿਤਾ ਜੀ ਨੂੰ ਦੱਸਿਆ ਕਿ ਅੰਦਰ ਵੜ ਕੇ ਪਤਾ ਨਹੀਂ ਕੀ ਲਿਖਦਾ ਰਹਿੰਦਾ। ਉਹਨਾਂ ਨੂੰ ਪਹਿਲੇ ਤਾਂ ਸ਼ੱਕ ਹੁੰਦਾ ਸੀ ਸ਼ਾਇਦ ਆਪਣੇ ਕਾਲਜ ਦਾ ਕੰਮ ਕਰਦਾ, ਪਰ ਜਦੋਂ ਉਹਨਾਂ ਨੂੰ ਬਰੀਕੀ 'ਚ ਪਤਾ ਲੱਗ ਗਿਆ ਇਹ ਗੀਤ ਗੁਣਗੁਣਾਉਂਦਾ ਰਹਿੰਦਾ, ਗਾਉਂਦਾ ਰਹਿੰਦਾ, ਮੇਰੀ ਕੰਪਲੇਂਟ ਹੋਈ ਤਾਂ ਪਿਤਾ ਜੀ ਨੇ ਪੁੱਛਿਆ ਵੀ ਕੀ ਲਿਖਿਆ, ਦੱਸ ਤਾਂ ਕਿਹੜੀ ਤਵਾਰੀਖ ਲਿਖੀ ਹੈ। ਤਾਂ ਮੈਂ ਦੱਸਿਆ ਵੀ ਅੱਖ ਨੂੰ ਤੇ ਆਖੇ ਬੰਦਾ ਕੁਝ ਵੀ ਨਾਲ ਨਹੀਂ ਜਾਣਾ, ਛੱਡ ਛੜਾਸਤ ਮਦਨ ਜਲੰਧਰੀ ਖਰੇ ਕਦੋਂ ਤੁਰ ਜਾਣਾ, ਫਿਰ ਵੀ ਜਿਉਂਦਾ ਜੀ ਨਾ ਵੇਖੋ ਬੰਦਾ, ਅਕਲੋਂ ਲਾਵੇ ਪਰਦਾ, ਔਰਤ ਦੌਲਤ ਸ਼ੋਹਰਤ ਖਾਤਰ ਕੀ ਨਹੀਂ ਬੰਦਾ ਕਰਦਾ, ਹੇਰਾ ਫੇਰੀ ਚੋਰੀ ਡਾਕਾ ਜੋਦੇ ਲਾਵੇ ਕਰਦਾ। ਜਦੋਂ ਪਿਤਾ ਜੀ ਨੇ ਸੁਣਿਆ ਤਾਂ ਕਹਿੰਦੇ ਜੇ ਇਦਾਂ ਦੇ ਲਿਖਦਾ ਫਿਰ ਲਿਖਦਾ ਰਿਹਾ ਕਰ। ਫਿਰ ਮੈਨੂੰ ਇਦਾਂ ਲੱਗਿਆ ਕਿ ਜਿੱਦਾਂ ਵੀ ਗੌਰਮੈਂਟ ਦਾ ਕੋਈ ਸਰਟੀਫਿਕੇਟ ਮਿਲ ਗਿਆ ਹੁੰਦਾ। ਫਿਰ ਮੈਂ ਬੜੇ ਉਤਸ਼ਾਹ 'ਚ ਹੋਇਆ ਤੇ ਬਹੁਤ ਸਾਰੇ ਫਿਰ ਗੀਤ ਲਿਖਣੇ ਸ਼ੁਰੂ ਕਰਤੇ। ਤੇ ਇਸ ਤਰ੍ਹਾਂ 1983 ਦੇ ਵਿੱਚ ਪਹਿਲਾ ਗੀਤ ਰਿਕਾਰਡ ਹੋਇਆ ਹਰਦੀਪ ਚੰਡੀਗੜ੍ਹੀਏ ਦੀ ਆਵਾਜ਼ ਦੇ ਵਿੱਚ। ਤੇ ਚੱਲ ਸੋ ਚੱਲ ਹੁਣ ਤੱਕ ਗੀਤਾਂ ਦਾ ਸਿਲਸਿਲਾ ਚੱਲ ਰਿਹਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਸਾਡੀ ਕੌਮ ਦੇ ਲਈ ਹੀ ਨਹੀਂ, ਉਹਨੇ ਸਾਰੇ ਸਮਾਜ ਦੇ ਬਾਰੇ, ਸਾਰੇ ਭਾਰਤੀ ਸਮਾਜ ਦੇ ਬਾਰੇ ਕੰਮ ਕੀਤਾ। ਇਹਨਾਂ ਕਿਹਾ ਜਾ ਸਕਦਾ ਕਿ ਸਾਡੀ ਕੌਮ ਨੂੰ ਉਹਨਾਂ ਨੇ ਇਵੇਂ ਗੱਲ ਨਾਲ ਲਾਇਆ ਜਿਵੇਂ ਕੋਈ ਆਪਣੇ ਬੱਚਿਆਂ ਨੂੰ ਲਾਉਂਦਾ ਹੈ, ਆਪਣੇ ਪਰਿਵਾਰ ਨੂੰ ਲਾਉਂਦਾ ਹੈ। ਦਲਿਤਾਂ ਗਰੀਬਾਂ ਲਈ, ਸਾਰੇ ਗਰੀਬਾਂ ਲਈ ਉਹਨਾਂ ਨੇ ਆਪਣਾ ਪਰਿਵਾਰ ਸਮਝ ਕੇ ਉਹਨਾਂ ਨੂੰ ਅੱਗੇ ਕਰਨ ਦੇ ਵਾਸਤੇ, ਉਹਨਾਂ ਦੀ ਸਪੋਰਟ ਕਰਨ ਦੇ ਵਾਸਤੇ ਜੋ ਸੰਵਿਧਾਨ ਦੇ ਵਿੱਚ ਸਾਨੂੰ ਫੈਸਿਲਿਟੀਜ਼ ਕਹਿ ਲਓ ਦਿੱਤੀਆਂ, ਜੋ ਸਾਡੇ ਹੱਕ ਬਣਦੇ ਦਿੱਤੇ। ਮੈਂ ਉਹਨਾਂ ਦੇ ਬਾਰੇ ਲਿਖਿਆ ਕਿ ਵਿਦਿਆ ਵੇਦ ਗ੍ਰੰਥਾਂ ਨੂੰ ਨਹੀਂ ਕੋਈ ਸ਼ੂਦਰ ਪੜ੍ਹਾ ਸਕਦਾ, ਮੰਦਰਾਂ ਵਿੱਚ ਜਾਣਾ ਇੱਕ ਪਾਸੇ ਨਹੀਂ ਕੋਲੋਂ ਵੀ ਸੀ ਜਾ ਸਕਦਾ। ਅੱਜ ਸਿਰ ਤੇ ਸੁੱਖ ਦੀਆਂ ਛਾਵਾਂ ਨੇ, ਚਾਰੋਂ ਰਹੀਆਂ ਬਦਲ ਦਿਸ਼ਾਵਾਂ ਨੇ, ਉਪਕਾਰ ਅੰਬੇਦਕਰ ਸਾਹਿਬ ਦਾ ਹੈ, ਉਪਕਾਰ ਅੰਬੇਦਕਰ ਸਾਹਿਬ ਦਾ ਹੈ। ਸੋ ਇਸ ਤਰ੍ਹਾਂ ਦੇ ਗੀਤ ਤਾਂਹੀਓ ਲਿਖੇ ਗਏ ਜੇ ਉਹਨਾਂ ਦੇ ਇਤਿਹਾਸ ਅਸੀਂ ਪੜ੍ਹਿਆ, ਉਹਨਾਂ ਦਾ ਜੀਵਨ ਅਸੀਂ ਪੜ੍ਹਿਆ। ਉਹਨਾਂ ਨੇ ਇੱਕ ਨਹੀਂ ਕਈ ਕਾਰਨਾਮੇ ਕੀਤੇ ਜਿਹੜੇ ਅੱਜ ਵੀ ਅਸੀਂ ਯਾਦ ਕਰਦੇ ਹਾਂ ਤਾਂ ਸੋਚਦੇ ਹਾਂ ਕਿ ਇਹ ਕੋਈ ਆਮ ਇਨਸਾਨ ਨਹੀਂ ਸੀ, ਇਹ ਧਰਤੀ ਤੇ ਕੋਈ ਭਗਵਾਨ ਦਾ ਹੀ ਰੂਪ ਸੀ, ਕਿ ਉਹਦਾ ਹੀ ਕੋਈ ਕਰਿਸ਼ਮਾ ਸੀ। ਐਸੀ ਸ਼ਖਸੀਅਤ ਨੂੰ ਸਾਡੇ ਭਾਰਤ ਦੇ ਵਿੱਚ ਜਨਮ ਲਿਆ ਤੇ ਸਾਡੇ ਗਰੀਬਾਂ ਦੀ ਸੁਣਵਾਈ ਹੋਈ। ਸੋ ਉਹਨਾਂ ਦਾ ਦੇਣਾ ਤਾਂ ਅਸੀਂ ਦੇ ਹੀ ਨਹੀਂ ਸਕਦੇ। ਅੱਜ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਜੀ? ਅੱਜ ਸਾਡੀ ਫੈਮਿਲੀ ਦੇ ਵਿੱਚ ਮੇਰੀ ਵਾਈਫ ਜਿਹਦਾ ਨਾਮ ਕਮਲਾ ਦੇਵੀ ਹੈ, ਮੇਰੀ ਬੇਟੀ ਸਾਬੀਆ, ਤੋਂ ਮੇਰਾ ਬੇਟਾ ਉਹ ਆਸਟ੍ਰੇਲੀਆ ਦੇ ਵਿੱਚ ਹੈ, ਸਾਹਮਣੇ ਤਸਵੀਰ ਲੱਗੀ ਹੈ। ਬੇਟੇ ਦਾ ਨਾਮ ਮਨੀਸ਼ ਕੁਮਾਰ ਹੈ। ਮੇਰੀ ਨੂੰਹ ਜਿਹਨੂੰ ਕਹਿੰਦੇ ਹਾਂ ਅਸੀਂ ਪੁੱਤਰ ਬਧੂ, ਮੇਰੀ ਬੇਟੇ ਦੀ ਵਾਈਫ ਹਰਦੀਪ, ਦੀਪ ਉਹਨੂੰ ਅਸੀਂ ਪਿਆਰ ਨਾਲ ਕਹਿੰਦੇ ਹਾਂ। ਇਹ ਦੋਨੋਂ ਆਸਟ੍ਰੇਲੀਆ 'ਚ ਰਹਿੰਦੇ ਨੇ ਤਾਂ ਅਸੀਂ ਇੱਥੇ ਰਹਿ ਰਹੇ ਹਾਂ। ਤਾਂ ਇਸ ਵੇਲੇ ਇਹਨਾਂ ਕੋਲ ਪਰਿਵਾਰ ਹੈ, ਬਾਕੀ ਮਾਲਕ ਨੂੰ ਜੋ ਮਨਜ਼ੂਰ ਹੈ। ਔਰ ਜਲੰਧਰੀ ਸਾਹਿਬ, ਇੱਕ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਨਸ਼ੇ ਦਾ ਦੌਰ ਚੱਲ ਰਿਹਾ ਹੈ, ਜਿਹੜੇ ਕਿ ਪੁੱਤਰ ਮਾਮਾ ਤੋਂ ਵਿਛੜਦੇ ਜਾ ਰਹੇ ਨੇ ਔਰ ਭੈਣਾਂ ਦੇ ਵੀਰ ਉਹ ਨਸ਼ਾ ਘਾਉਣ ਵਾਂਗ ਪੰਜਾਬ ਦੀ ਜਵਾਨੀ ਨੂੰ ਖਾਈ ਜਾ ਰਿਹਾ। ਔਰ ਕ੍ਰਾਂਤੀ ਟੀਵੀ ਦੇ ਜ਼ਰੀਏ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਸੋਹਣਾ ਸਵਾਲ ਪੁੱਛਿਆ ਤੁਸੀਂ। ਸ਼ਾਇਦ ਮੈਂ ਸਮਝਾਂਗਾ ਕਿ ਜਿੰਨੀ ਵੀ ਇੰਟਰਵਿਊ ਹੋਈ ਹੈ ਮੈਨੂੰ ਇਹ ਸਵਾਲ ਤੋਂ ਬੜਾ ਅੱਛਾ ਮਹਿਸੂਸ ਹੋਇਆ ਵੀ ਇਹ ਸਵਾਲ ਸਾਡੇ ਘਰ ਘਰ ਦਾ ਸਵਾਲ ਬਣਿਆ ਪਿਆ।
ਨਸ਼ੇ ਹੁਣ ਬਹੁਤ ਜ਼ਿਆਦਾ ਹੋ ਗਏ ਨੇ। ਕਿਹਾ ਜਾਂਦਾ ਕਿ ਕਦੀ ਪੰਜਾਬ ਦੇ ਵਿੱਚ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ, ਇੱਦਾਂ ਲਿਖਿਆ ਸ਼ਾਇਰਾਂ ਨੇ, ਦੁੱਧ ਦਹੀਂ ਦੀਆਂ ਨਦੀਆਂ ਵਹਿੰਦੀਆਂ ਸਨ। ਅੱਜ ਨਸ਼ਿਆਂ ਦੀਆਂ ਨਦੀਆਂ ਵਹਿ ਰਹੀਆਂ ਨੇ। ਇਹ ਨਸ਼ੇ ਜਿਹੜੇ ਸਾਡਾ ਮਨ ਵੀ ਸਾੜਦੇ ਨੇ, ਸਾਡਾ ਤਨ ਵੀ ਸਾੜਦੇ ਨੇ, ਤੇ ਸਾਡਾ ਸਰੀਰ ਜਿਹੜਾ ਇਹ ਤਾਂ ਹੈ ਹੀ, ਇਹ ਸਰੀਰਾਂ ਨੂੰ ਨਰਕ ਦੇ ਵਿੱਚ ਝੋਕਣ ਵਾਲੀ ਗੱਲ ਹੈ। ਬਹੁਤ ਸਾਰੀਆਂ ਜਵਾਨੀਆਂ ਜਿਹੜੀਆਂ ਨੇ ਬਰਬਾਦ ਹੋ ਗਈਆਂ ਨੇ। ਮੈਂ ਕਮਲ ਜੀ ਸੋਚਦਾ ਵੀ ਨਸ਼ੇ ਅੱਜ ਤੋਂ ਪਹਿਲਾਂ ਵੀ ਹੋਣਗੇ, ਜਿਹੜੇ ਸਾਡੇ ਸਤਿਗੁਰਾਂ ਸਾਡੇ ਰਹਿਬਰਾਂ ਨੇ ਨਸ਼ਿਆਂ ਦੇ ਬਾਰੇ ਪਹਿਲਾਂ ਵੀ ਕਿਹਾ। ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਬਾਣੀ ਸੁਣਦੇ ਵੀ ਹਾਂ, ਗੁਰੂ ਘਰਾਂ 'ਚ ਜਾਂਦੇ ਵੀ ਹਾਂ, ਔਰ ਗੁਰੂ ਘਰਾਂ 'ਚ ਜਾ ਕੇ ਉਸ ਬਾਣੀ ਤੇ ਅਮਲ ਨਹੀਂ ਕਰਦੇ। ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਅੱਜ ਤੋਂ ਕੋਈ 600 ਸਾਲ ਪਹਿਲਾਂ, ਯਾਨੀ ਕਿ 640ਵਾਂ ਦਾ ਅਸੀਂ ਉਹਨਾਂ ਦਾ 43ਵਾਂ ਜਨਮ ਦਿਨ ਮਨਾਇਆ, ਤੋਂ 600 ਸਾਲ ਪਹਿਲਾਂ ਉਹਨਾਂ ਨੇ ਇੱਕ ਸ਼ਲੋਕ ਲਿਖਿਆ ਸੀ, ਰਵਿਦਾਸ ਮਦਰਾ ਕਾ ਪੀਜੀਏ ਜੋ ਚੜ੍ਹੇ ਚੜ੍ਹੇ ਉਤਰਾਏ, ਨਾਮ ਮਹਾਰਸ ਪੀਜੀਏ ਜੋ ਚੜ੍ਹੇ ਨਹੀਂ ਉਤਰਾਏ। ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ, ਉਹਨਾਂ ਨੇ ਵੀ ਲਿਖਿਆ, ਪੋਸਤ ਮੱਧ ਅਫੀਮ ਭੰਗ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਅਫਸੋਸ ਹੈ ਕਿ ਐਸੇ ਰਹਿਬਰਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ, ਸਾਨੂੰ ਸਮਝਾਇਆ, ਤੋਂ ਫਿਰ ਵੀ ਅੱਜ ਤੱਕ ਵੀ ਅਸੀਂ ਉਹਨਾਂ ਚੀਜ਼ਾਂ ਤੇ ਅਮਲ ਨਹੀਂ ਕੀਤਾ। ਤੇ ਅੱਜ ਸਮਾਜ ਦੀ ਤੁਸੀਂ ਹਾਲਤ ਦੇਖ ਹੀ ਰਹੇ ਹੋ। ਜਿਹੜਾ ਆਪਣੇ ਖਸਮ ਨੂੰ, ਆਪਣੇ ਗੁਰੂ ਨੂੰ ਵਿਸਾਰ ਦਿੰਦਾ, ਭੁੱਲ ਜਾਂਦਾ, ਉਹਦੀ ਹਾਲਤ ਫਿਰ ਐਵੇਂ ਹੀ ਹੁੰਦੀ ਹੈ। ਕਿਵੇਂ? ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਵੇ ਰੋਗ। ਜਦੋਂ ਖਸਮ ਭਾਵ ਕੀ ਪਰਮ ਪਿਤਾ ਪਰਮਾਤਮਾ, ਜਦੋਂ ਅਸੀਂ ਆਪਣੇ ਰਹਿਬਰਾਂ ਦੀ ਗੱਲ ਨੂੰ ਭੁੱਲ ਜਾਵਾਂਗੇ, ਜਦੋਂ ਅਸੀਂ ਆਪਣੇ ਗੁਰੂਆਂ ਦੀ ਗੱਲ ਨੂੰ ਭੁੱਲ ਜਾਵਾਂਗੇ, ਫਿਰ ਘਟੀਆ ਲੋਕਾਂ ਦਾ ਸਾਥ ਕਰਾਂਗੇ, ਘਟੀਆ ਚੀਜ਼ਾਂ ਦਾ ਸੇਵਨ ਕਰਾਂਗੇ, ਜਿਹੜੇ ਕਿ ਨਸ਼ਿਆਂ ਦਾ ਰੂਪ ਵੀ ਤੁਸੀਂ ਕਹਿ ਸਕਦੇ ਹੋ, ਤੇ ਫਿਰ ਅਸੀਂ ਪਰੇਸ਼ਾਨ ਹੀ ਹੋਵਾਂਗੇ, ਦੁਖੀ ਹੀ ਹੋਵਾਂਗੇ। ਫਿਰ ਉਹਦੇ ਨਾਲ ਬੰਦਾ ਨਾ ਘਰ ਦਾ ਨਾ ਬਾਹਰ ਦਾ ਰਹਿੰਦਾ ਹੈ। ਉਹਨੂੰ ਬਾਹਰ ਦੇ ਕੀ, ਫਿਰ ਘਰ ਦੇ ਵੀ ਪਿਆਰ ਨਹੀਂ ਕਰਦੇ। ਦੇਖੋ ਗੱਲ ਇੱਥੋਂ ਤੱਕ ਹੋ ਜਾਂਦੀ ਹੈ ਕਿ ਇੱਕ ਮੈਂ ਪੜ੍ਹ ਰਿਹਾ ਸੀ, ਬਾਣੀ ਦੇ ਵਿੱਚੋਂ ਹੀ ਲਿਖਿਆ, ਤਨਕ ਤਮਾਕੂ ਸੇਵੀਏ ਦੇਵ ਪਿੱਤਰ ਤਜ ਜਾਏ, ਪਾਣੀ ਤਾਕੋ ਹਾਥ ਕਾ ਮਦਰਾ ਸਮ ਅਧਿਕਾਏ। ਮਦਰਾ ਅੱਜ ਜਿਹਨੂੰ ਕੀ ਹੋਰ ਨਸ਼ੇ ਇੰਨੇ ਆ ਗਏ ਨੇ ਉਹਦੇ ਮੁਕਾਬਲੇ, ਕਿ ਸ਼ਰਾਬ ਨੂੰ ਅਸੀਂ ਸੋਸ਼ਲ ਡਰਿੰਕ ਕਹਿਣ ਲੱਗ ਪਏ। ਬੜੀ ਅਜੀਬ ਗੱਲ ਹੈ, ਕਿਉਂਕਿ ਇਸ ਨੂੰ ਹੁਣ ਨਸ਼ਾ ਨਹੀਂ ਸਮਝਿਆ ਜਾ ਰਿਹਾ, ਸੋਸ਼ਲ ਡਰਿੰਕ ਹੈ ਜੀ। ਇਸ ਨੂੰ ਪਹਿਲੇ ਹੀ ਜੇ ਰੋਕ ਦਿੱਤਾ ਜਾਂਦਾ, ਇਹਦੇ ਤੇ ਹੀ ਕਾਬੂ ਕੀਤਾ ਜਾਂਦਾ, ਤੇ ਅੱਜ ਦੂਸਰੇ ਨਸ਼ੇ ਨਾ ਪਨਪਦੇ। ਇਹਨੂੰ ਅਸੀਂ ਆਪਣੇ ਮਹਿਫਲਾਂ ਦਾ ਸ਼ਿੰਗਾਰ ਬਣਾ ਲੈਂਦੇ ਹਾਂ। ਨਾ ਗੌਰਮੈਂਟ ਕੁਛ ਕਰ ਪਾ ਸਕਦੀ ਹੈ, ਨਾ ਸਾਡੀਆਂ ਪੰਚਾਇਤਾਂ ਕੁਛ ਕਰ ਸਕਦੀਆਂ ਨੇ। ਜੋ ਸੋ ਕਾਲਡ ਸਾਡੇ ਸਮਾਜ ਦੇ ਵਿੱਚ ਸੁਸਾਇਟੀਆਂ ਬਣੀਆਂ ਨੇ, ਉਹਨਾਂ ਦੇ ਜਿਹੜੇ ਪ੍ਰਮੁੱਖ ਬਣੇ ਹੁੰਦੇ ਨੇ, ਉਹ ਖੁਦ ਸੇਵਨ ਕਰਦੇ ਨੇ, ਤੇ ਦੱਸੋ ਸਾਨੂੰ ਕੀ ਸਮਝਾਉਣਗੇ। ਫਿਰ ਇਸ ਤਰ੍ਹਾਂ ਸੋਚਦੇ ਹਾਂ ਵੀ ਨਸ਼ੇ ਦੀ ਆਉਣ ਵਾਲੇ, ਅੱਜ ਤੋਂ 2 ਸਾਲ ਪਹਿਲੇ ਵੀ ਬੜਾ ਰੌਲਾ ਪਿਆ ਸੀ, ਪਰ ਵਿੱਚ ਜਿਹੀ ਸਾਇਲੈਂਟ ਹੋ ਗਏ ਵੀ ਜਿਵੇਂ ਕਿ ਖਤਮ ਹੋ ਗਏ ਨੇ। ਉਹ ਖਤਮ ਨਹੀਂ ਸੀ ਹੋਏ, ਉਹ ਸਾਡੀ ਢਿੱਲ ਸੀ। ਅੱਜ ਡੇਲੀ ਅਖਬਾਰ ਦੀ ਕੋਈ ਨਾ ਕੋਈ ਖਬਰ ਦੇ ਵਿੱਚ ਅਸੀਂ 2 ਜਾਂ 3 ਚਿਹਰੇ ਐਸੇ ਦੇਖਣੇ, ਜਿਹੜੇ ਚਿੱਟਾ ਜਿਹਨੂੰ ਨਸ਼ਾ ਕਹਿੰਦੇ ਆ, ਹੈਰੋਇਨ ਕਹਿੰਦੇ ਆ, ਉਹਦੀ ਘਾਟ ਕਰਕੇ ਜਾਂ ਜ਼ਿਆਦਾ ਕਰਕੇ ਕੋਈ ਮਰ ਗਿਆ। ਉਹ ਜਦੋਂ ਦੇਖਦੇ ਆ ਘਰਾਂ ਦੇ ਘਰ ਉਜੜ ਰਹੇ ਨੇ। ਮਦਰਾ ਦਹਿਤੀ ਸਪਤ ਕੁਲ, ਭਾਂਗ ਦਹੇ ਤਨ ਏਕ, ਜਗਤ ਝੂਠ ਜਤ ਕੁਲ ਜਹੇ, ਨਿੰਦਾ ਦਹੇ ਅਨੇਕ। ਜਿਹੜੀ ਨਿੰਦਾ ਚੁਗਲੀ, ਇਹ ਵੀ ਇਹਦੇ ਚੋਂ ਹੀ ਨਿਕਲੀ ਹੈ। ਸਾਡੇ ਜਿਹੜੇ ਨਸ਼ੇ ਹੈ, ਇਹਨਾਂ ਤੇ ਕੰਟਰੋਲ ਕਰਨਾ ਤਾਂ ਸਾਡੀ ਗੌਰਮੈਂਟ ਦਾ ਫਰਜ਼ ਬਣਦਾ ਹੈ। ਇਹ ਸਾਡੇ ਅੰਦਰੋਂ ਸਮਾਜ ਦੀ ਵੀ ਇੱਕ ਸੋਚ ਹੋਣੀ ਚਾਹੀਦੀ ਹੈ ਵੀ ਅਸੀਂ ਗਲਤ ਰਸਤੇ ਨਹੀਂ ਚੱਲਣੇ। ਕੁਛ ਨਾ ਕੁਛ ਸਾਡੇ 'ਚ ਕੋਈ ਕਮੀਆਂ ਨੇ, ਜਾਂ ਸਰਕਾਰਾਂ ਦੇ ਵਿੱਚ ਕਮੀਆਂ ਨੇ, ਕੁਛ ਲੋਕਾਂ ਦੇ ਆਪਣੇ ਨੈਤਿਕ ਪਤਨ ਜਿਹੜਾ ਹੋ ਰਿਹਾ ਹੈ, ਉਹਨਾਂ ਦੀ ਜਿਹੜੀ ਅੰਦਰੋਂ ਕੌਨਸੈਂਟ ਹੈ ਉਹ ਵੀਕ ਹੋ ਰਹੀ ਹੈ। ਉਹ ਮੌਲਿਕਤਾ ਵੱਲ ਨਹੀਂ ਦੇਖ ਰਹੇ, ਨੈਤਿਕਤਾ ਵੱਲ ਨਹੀਂ ਦੇਖ ਰਹੇ, ਤੇ ਇਹਦੇ ਵੱਲ ਪ੍ਰੇਰਿਤ ਹੋ ਜਾਂਦੇ। ਸਾਡੇ ਆਪਣੇ ਵੀ ਫਰਜ਼ ਬਣਦੇ ਨੇ, ਗੌਰਮੈਂਟ ਦੇ ਵੀ ਫਰਜ਼ ਬਣਦੇ ਨੇ ਕਿ ਨਸ਼ਿਆਂ ਤੇ ਰੋਕ ਲਾਈ ਜਾਵੇ, ਨਹੀਂ ਤੇ ਆਉਣ ਵਾਲਾ ਸਮਾਂ ਸਾਨੂੰ ਮਾਫ ਨਹੀਂ ਕਰੇਗਾ। ਇੱਦਾਂ ਲਿਖਿਆ ਵੀ ਸੁਣਦੇ ਹਾਂ ਵੀ 8-8 ਲੱਖ ਬੰਦਾ ਭਾਰਤ ਵਿੱਚ ਹੀ ਤੰਬਾਕੂ ਦੇ ਨਸ਼ੇ ਨਾਲ ਹਰ ਸਾਲ ਮਰ ਜਾਂਦਾ।
ਤੰਬਾਕੂ ਦੇ ਸੇਵਨ ਦੇ ਕਰਕੇ ਉਹ ਕਿਸੇ ਵੀ ਰੂਪ 'ਚ ਹੋ ਸਕਦਾ ਹੈ, ਭਾਵੇਂ ਚੁਟਕੀ ਛੁਟਕੀ ਜੋ ਵੀ ਮਸਾਲੇ ਬਣੇ ਹੋਏ ਨੇ, ਜਾਂ ਪੀਣ ਵਾਲੇ ਜਾਂ ਪੀ ਕੇ ਮਿਲਾਉਣ ਵਾਲੇ, ਯਾਨੀ ਕਿ ਇਹਨਾਂ ਨਸ਼ਿਆਂ ਦੇ ਨਾਲ ਅਸੀਂ ਸਾਰੇ ਹੀ ਕੁਛ ਨਾ ਕੁਛ ਸਾਡਾ ਪਤਨ ਹੁੰਦਾ ਜਾ ਰਿਹਾ। ਇਸ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਜ਼ਿਆਦਾ ਫਰਜ਼ ਤਾਂ ਬਣਦਾ ਗੌਰਮੈਂਟਾਂ ਦਾ, ਜਿਨ੍ਹਾਂ ਦੇ ਹੱਥ ਕਾਨੂੰਨ ਹੈ, ਸਰਕਾਰਾਂ ਦਾ। ਜਿਹੜੀਆਂ ਸਰਕਾਰਾਂ ਅੱਜ ਉਹ ਕਰ ਰਹੀਆਂ ਨੇ, ਦੇਖਣ 'ਚ ਆਉਂਦਾ ਕਿ ਇੱਕ ਰੁੱਖ ਹੈ ਉਸ ਨੂੰ ਜੜੋਂ ਪੁੱਟਣਾ ਗੱਲ ਵੱਖਰੀ ਹੈ, ਇੱਕ ਕਹਿੰਦੇ ਨੇ ਵੀ ਪਰੂਣੀ ਕਰਨੀ। ਅਸੀਂ ਰੋਲਾ ਪਾ ਦਿੰਦੇ ਹਾਂ, ਚਾਰ ਕੁ ਸ਼ਾਖਾਂ ਰੁੱਖ ਦੀਆਂ ਵੱਢ ਕੇ ਸਮਝਦੇ ਹਾਂ ਰੁੱਖ ਵੱਢਿਆ ਗਿਆ, ਰੁੱਖ ਉੱਥੇ ਦੇ ਉੱਥੇ ਹੀ ਹੈ। ਅਸੀਂ ਚਾਰ ਬੰਦੇ ਫੜ ਲਵਾਂਗੇ, ਜਿਹੜੇ ਮੇਨ ਵੇਚਣ ਵਾਲੇ ਨੇ, ਸਪਲਾਇਰ ਨੇ, ਉਹਨਾਂ ਨੂੰ ਛੱਡ ਦੇਵਾਂਗੇ, ਉਹ ਉੱਥੋਂ ਦਾ ਉੱਥੇ ਹੀ ਰਹਿ ਜਾਂਦਾ ਕੰਮ, ਉਹ ਅੱਗੇ ਹੋਰ ਪੈਦਾ ਹੋ ਜਾਂਦੇ ਆ, ਉਹਨਾਂ ਦੀਆਂ ਸ਼ਾਖਾਵਾਂ ਹੋਰ ਬਣ ਜਾਂਦੀਆਂ ਨੇ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਗੱਲਾਂ ਦੇ ਨਾਲ ਕੁਝ ਨਹੀਂ ਬਣਨਾ, ਇਹ ਹੱਥੀਂ ਕੁਝ ਨਾ ਕੁਝ ਜ਼ਰੂਰ ਆਪਾਂ ਨੂੰ ਕਰਨਾ ਪੈਣਾ। ਬਿਲਕੁਲ ਜੀ, ਬਿਲਕੁਲ। ਜਲੰਧਰੀ ਸਾਹਿਬ, ਇੱਕ ਜੋ ਸਾਡੇ ਰਹਿਬਰਾਂ ਦਾ ਸੁਪਨਾ ਸੀ ਕਿ ਸਾਡੇ ਬੱਚੇ ਪੜ੍ਹਨ ਲਿਖਣ, ਕਿਸੇ ਉੱਚੇ ਮੁਕਾਮ ਤੇ ਜਾਣ, ਔਰ ਜੋ ਸਾਡੇ ਰਹਿਬਰਾਂ ਦਾ ਸੁਪਨਾ ਉਹ ਪੂਰਾ ਹੋ ਸਕੇ, ਪਰ ਉਹ ਸੰਭਵ ਨਹੀਂ ਹਾਲੇ ਇਸ ਦੇਸ਼ ਦੇ ਅੰਦਰ ਕਿ ਸਾਡੇ ਬੱਚੇ ਪੜ੍ਹ ਨਹੀਂ ਰਹੇ। ਔਰ ਤੁਸੀਂ ਪੜ੍ਹਾਈ ਦੇ ਬਾਰੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਕਿਉਂਕਿ ਅੱਜ ਕ੍ਰਾਂਤੀ ਟੀਵੀ ਦੇ ਜ਼ਰੀਏ ਤੁਹਾਨੂੰ ਪੂਰਾ ਵਰਲਡ ਦੇਖ ਰਿਹਾ ਹੈ, ਔਰ ਜੋ ਤੁਸੀਂ ਤੁਹਾਡੀ ਕਲਮ ਨੂੰ ਸੁਣ ਕੇ ਬੱਚਿਆਂ ਦੇ ਕੰਨਾਂ ਵਿੱਚ ਔਰ ਬੱਚਿਆਂ ਦੀ ਜ਼ੁਬਾਨ ਤੇ ਹਰ ਇੱਕ ਤੁਹਾਡਾ ਸ਼ਬਦ ਗਾਇਆ ਹੋਇਆ ਹੈ, ਰਵਿਦਾਸ ਗੁਰੂ ਦੇ ਪੁੱਤਰ ਆ, ਹੱਕ ਲੈਣਾ ਜਾਣਦੇ ਆ, ਬਹੁਤ ਵਧੀਆ। ਔਰ ਇੱਕ ਹੋਰ ਬਹੁਤ ਫੇਮਸ ਜਿਹੜਾ ਕਿ ਅੱਜ ਵੀ ਹਰ ਗੁਰੂ ਘਰ, ਹਰ ਬੱਚੇ ਦੀ ਜ਼ੁਬਾਨ ਤੇ ਹਰ ਸ਼ਬਦ ਹੈ, ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ, ਸਾਡੇ ਨੈਣਾ ਵਿੱਚ ਗੁਰੂ ਰਵਿਦਾਸ ਬਸਿਆ, ਨੈਣ ਖੁੱਲ੍ਹਣਾ ਕਿਵੇਂ। ਬਹੁਤ ਵਧੀਆ, ਫੇਮਸ ਹਰ ਗੁਰੂ ਘਰ 'ਚ। ਜੇ ਲੋਕ ਕਿਤੇ ਵੀ ਦਰਬਾਰ ਤੇ, ਜੇ ਬਨਾਰਸ ਨੂੰ ਵੀ ਟ੍ਰੇਨ ਦੇ ਵਿੱਚ ਜਾਂਦੇ ਨੇ, ਹਰ ਔਰਤ ਦੇ, ਹਰ ਆਦਮੀ ਦੇ, ਹਰ ਸੰਗਤ ਦੇ ਵਿੱਚੋਂ ਹਰ ਇੱਕ ਦੀ ਜ਼ੁਬਾਨ ਤੇ ਹਰ ਗਾਉਂਦਾ ਹੁੰਦਾ ਕਿ ਸਾਡੇ ਨੈਣਾ ਵਿੱਚ ਗੁਰੂ ਰਵਿਦਾਸ ਵਸਿਆ ਜੀ, ਨੈਣ ਖੁੱਲ੍ਹਣਾ ਕਿਵੇਂ, ਨੈਣ ਖੁੱਲ੍ਹਣਾ ਕਿਵੇਂ। ਔਰ ਅੱਜ ਪੂਰਾ ਵਰਲਡ ਤੁਹਾਨੂੰ ਦੇਖ ਰਿਹਾ, ਬੱਚਾ ਅੱਜ ਕ੍ਰਾਂਤੀ ਟੀਵੀ ਦੇ ਜ਼ਰੀਏ ਤੁਹਾਨੂੰ ਦੇਖ ਰਿਹਾ। ਔਰ ਤੁਸੀਂ ਅੱਜ ਪੜ੍ਹਾਈ ਦੇ ਬਾਰੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਪੜ੍ਹਾਈ ਦੇ ਬਾਰੇ ਮੈਂ ਇਹੋ ਹੀ ਕਹਾਂਗਾ, ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਮਾਧਵ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਇਹ ਸਾਡਾ ਵਿਵੇਕ ਦਾ ਜਿਹੜਾ ਦੀਵਾ ਹੈ, ਵਿਦਿਆ ਤੋਂ ਰਹਿਤ ਹੋਣ ਦੇ ਕਾਰਨ ਧੁੰਦਲਾ ਹੋ ਗਿਆ। ਵਿਦਿਆ ਅਤੀ ਜ਼ਰੂਰੀ ਹੈ। ਇੱਕ ਗਾਡਗੇ ਮਹਾਰਾਜ ਹੋਏ ਨੇ, ਉਹਨਾਂ ਨੇ ਲਿਖਿਆ ਕਿ ਬੱਚਿਆਂ ਨੂੰ ਹੁਣ ਤੋਂ ਹੀ ਪੜ੍ਹਾਓ। ਤੁਸੀਂ ਕਹਿੰਦੇ ਹੋ ਪੈਸਾ ਨਹੀਂ ਤਾਂ ਜਿਹਦੇ ਖਾਣੇ ਵਾਲੀ ਥਾਲੀ ਆ ਉਹ ਵੀ ਵੇਚ ਦਿਓ। ਆਪਣੀ ਵਾਈਫ ਦੀ ਸਾੜੀ ਖਰੀਦਣ ਲੱਗਿਆਂ ਅੰਗਰੇਜ਼ ਕਰੋ, ਕੋਈ ਘਰ ਸੰਬੰਧੀ ਆਂਦਾ ਉਹਦੀ ਸੇਵਾ ਘੱਟ ਕਰੋ, ਪਰ ਬੱਚਿਆਂ ਨੂੰ ਜ਼ਰੂਰ ਪੜ੍ਹਾਓ। ਔਰ ਗਰੀਬ ਸਮਾਜ ਦਾ ਜੇ ਸੋਚਿਆ ਜਾਵੇ, ਪੜ੍ਹਾਈ ਤੋਂ ਬਿਨਾ ਹੋਰ ਫਿਊਚਰ ਹੈ ਵੀ ਕੀ, ਕਰ ਵੀ ਕੀ ਸਕਦੇ ਨੇ। ਜਿਹੜਾ ਜ਼ਮੀਨ ਜਾਇਦਾਦ ਵਾਲਾ ਹੈ ਉਹ ਹਾਲ ਚਲਾ ਲੂਗਾ, ਉਹ ਕੁਛ ਖੇਤਾਂ ਨੂੰ ਕੰਮ ਕਰਕੇ ਤੇ ਆਪਣਾ ਰੋਜ਼ਗਾਰ ਬਣਾ ਲੇਗਾ। ਜਿਹੜਾ ਸਰਮਾਏਦਾਰ ਕਾਰਖਾਨੇਦਾਰ, ਜਿਹਦੇ ਕੋਲ ਕਾਰਖਾਨਾ ਹੈ, ਫੈਕਟਰੀ ਹੈ, ਉਹਦੇ ਬੱਚੇ ਫੈਕਟਰੀਆਂ 'ਚ ਬਹਿ ਜਾਣਗੇ, ਕੋਈ ਇੱਕ ਹੋਰ ਫੈਕਟਰੀ ਲਾ ਲੈਣਗੇ, ਉਹ ਸਰਮਾਏਦਾਰ ਹੈ। ਉਹ ਗਰੀਬ ਆਦਮੀ ਕੋਲ ਤਾਂ ਹੋਰ ਕੋਈ ਸਾਧਨ ਹੀ ਨਹੀਂ ਹੈ, ਉਹਦਾ ਪੜ੍ਹਨਾ ਤਾਂ ਅਤੀ ਜ਼ਰੂਰੀ ਹੈ। ਜੇ ਉਹ ਨਹੀਂ ਪੜ੍ਹੇਗਾ ਤਾਂ ਉਹ ਇਸੇ ਤਰੀਕੇ ਦੇ ਨਾਲ ਹਮੇਸ਼ਾ ਦੁਖੀ ਰਹੇਗਾ। ਸਾਨੂੰ ਗਰੀਬ ਪਰਿਵਾਰਾਂ ਦੇ ਵਿੱਚ ਕੋਈ ਵੀ ਕਿਸੇ ਵੀ ਕਮਿਊਨਿਟੀ ਨਾਲ ਬਿਲੋਂਗ ਕਰਦਾ ਹੈ, ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ। ਪੜ੍ਹਨ ਨਾਲ ਹੀ ਅਸੀਂ ਕੋਈ ਪ੍ਰਾਪਤੀ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਗਰੀਬ ਦੇ ਗਰੀਬ ਬਣੇ ਰਵਾਂਗੇ। ਸੋ ਪੜ੍ਹਾਈ ਸਾਡੇ ਲਈ ਅਤੀ ਜ਼ਰੂਰੀ ਦੇ ਕਾਰਨ ਮੈਂ ਬੱਚਿਆਂ ਨੂੰ ਆਪਣੀ ਤਰਫੋਂ ਵੀ, ਕ੍ਰਾਂਤੀ ਟੀਵੀ ਤਰਫੋਂ ਬੇਨਤੀ ਕਰਾਂਗਾ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਪੜ੍ਹਨ ਤੋਂ ਬਿਨਾਂ ਸਾਨੂੰ ਮੰਜ਼ਿਲ ਨਹੀਂ ਮਿਲ ਸਕਦੀ, ਔਰ ਪੜ੍ਹਨ ਤੋਂ ਬਿਨਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਜਲੰਧਰੀ ਸਾਹਿਬ, ਗੁਰੂ ਰਵਿਦਾਸ ਮਹਾਰਾਜ ਨੇ ਜਿਹੜਾ ਸ਼ਬਦ ਆਖਿਆ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਔਰ ਜਿਹੜਾ ਬੇਗਮਪੁਰੇ ਦੀ ਸਤਿਗੁਰੂ ਰਵਿਦਾਸ ਮਹਾਰਾਜ ਗੱਲ ਕਰਕੇ ਗਏ, ਔਰ ਆਪਾਂ ਪੜ੍ਹਾਈ ਦੀ ਗੱਲ ਵੀ ਕੀਤੀ, ਬਾਬਾ ਸਾਹਿਬ ਨੇ ਕਿਹਾ ਕਿ ਪੜ੍ਹੋ ਜੁੜੋ, ਔਰ ਆਪਾਂ ਪੜ੍ਹਨੇ ਦੀ ਗੱਲ ਤਾਂ ਕੀਤੀ, ਪੜ੍ਹ ਵੀ ਰਹੇ ਹੋ, ਸਾਰਾ ਕੁਝ ਹੋ ਰਿਹਾ। ਅੱਜ ਸਾਡੇ ਸਮਾਜ ਦੇ ਵਿੱਚ ਬਹੁਤ, ਜਿਵੇਂ ਕਿ ਤੁਸੀਂ ਵੀ ਬਹੁਤ ਵਧੀਆ ਕੁਰਸੀ 'ਤੇ ਬੈਠ ਕੇ ਤੁਸੀਂ ਵੀ ਲੋਕਾਂ ਦੇ ਕੰਮ ਕੀਤੇ, ਔਰ ਹੋਰ ਵੀ ਬਹੁਤ ਵਧੀਆ ਫੀਲਡ ਦੇ ਵਿੱਚ ਜਾ ਕੇ ਸਾਡੇ ਸਮਾਜ ਦੇ ਲੋਕ ਪੜ੍ਹ ਲਿਖ ਕੇ ਬਹੁਤ ਵਧੀਆ ਕੰਟਰੀਆਂ ਦੇ ਵਿੱਚ ਵੀ ਪਹੁੰਚੇ ਨੇ। ਔਰ ਪੜ੍ਹੋ ਦੀ ਗੱਲ ਹੋ ਗਈ, ਔਰ ਜਿਹੜਾ ਕਿ ਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਜਿਹੜੇ ਬੇਗਮਪੁਰੇ ਦੀ ਸਤਿਗੁਰੂ ਰਵਿਦਾਸ ਮਹਾਰਾਜ ਨੇ ਗੱਲ ਕੀਤੀ, ਕਿ ਅੱਜ ਤੁਹਾਨੂੰ ਕਿਤੇ ਨਜ਼ਰ ਆ ਰਿਹਾ ਉਹ ਬੇਗਮਪੁਰਾ?
ਕਮਲ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਸੋਚ ਸੀ ਜੀ ਜੇ ਉਹਨੂੰ ਪ੍ਰੈਕਟੀਕਲ ਰੂਪ ਦਿੱਤਾ ਤੇ ਉਹ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਦਿੱਤਾ। ਬਿਲਕੁਲ ਜੀ ਜੋ ਸੰਵਿਧਾਨ ਦੇ ਵਿੱਚ ਸਾਡੇ ਹੱਕ ਨੇ ਉਹ ਇਸੇ ਮੰਜ਼ਿਲ ਵੱਲ ਜਾਂਦੇ ਨੇ। ਅੱਗੇ ਰਹੀ ਸਾਡੇ ਆਗੂਕਾਰਾਂ ਦੀ ਗੱਲ, ਧਾਰਮਿਕ ਆਗੂਕਾਰਾਂ ਦੀ ਗੱਲ, ਜਿਨ੍ਹਾਂ ਨੇ ਬੇਗਮਪੁਰਾ ਦੇ ਮਿਸ਼ਨ ਨੂੰ ਅੱਗੇ ਤੋਰਨਾ। ਕਿਹਾ ਜਾਂਦਾ ਹੈ ਕਿ ਕਿਸੇ ਕੌਮ ਦੇ ਆਗੂਕਾਰ ਦੀ ਇੱਕ ਪਲ ਦੀ ਗਲਤੀ ਦਾ ਖਮਿਆਜਾ ਬਿਲਕੁਲ ਜੀ ਉਹਦੀ ਕੌਮ ਨੂੰ ਸਦੀਆਂ ਭੁਗਤਣਾ ਪੈ ਸਕਦਾ। ਬਿਲਕੁਲ ਜੀ ਜਿਹੜੇ ਸਾਡੇ ਧਾਰਮਿਕ ਆਗੂਕਾਰ ਨੇ, ਧਾਰਮਿਕ ਪ੍ਰਚਾਰਕ ਨੇ, ਬਿਲਕੁਲ ਜੀ ਉਹਨਾਂ ਦਾ ਜਿੰਨਾ ਫਰਜ਼ ਬਣਦਾ ਹੈ ਕਿਤੇ ਨਾ ਕਿਤੇ ਉਹਦੇ 'ਚ ਘਾਟ ਦਿਸ ਰਹੀ ਹੈ। ਬਿਲਕੁਲ ਜੀ ਸਤਿਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਕਿ ਸਤ ਸੰਗਤ ਮਿਲ ਰਹੀ ਹੋ ਮਾਧੋ ਜੈਸੇ ਮਧੁਪ ਮਖੀਰਾ। ਜੀ ਇਹ ਉਹੀਓ ਚੀਜ਼ ਹੈ ਵੀ ਜੋ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਪੜ੍ਹੋ ਜੁੜੋ ਤੇ ਸੰਘਰਸ਼ ਕਰੋ ਦੀ ਗੱਲ ਕਹੀ। ਮਧੂਮੱਖੀਆਂ ਦੀ ਐਗਜ਼ਾਮਪਲ ਦਿੱਤੀ ਸਤਿਗੁਰੂ ਰਵਿਦਾਸ ਮਹਾਰਾਜ। ਜੀ ਮਧੂਮੱਖੀ ਦੀ ਇਹੀ ਐਗਜ਼ਾਮਪਲ ਕਿਉਂ ਦਿੱਤੀ? ਬਿਲਕੁਲ ਕਿਉਂਕਿ ਉਹ ਮਿੱਠਾ ਚੰਗਾ ਜੋੜਦੀਆਂ ਨੇ, ਇਕੱਠੀਆਂ ਰਹਿੰਦੀਆਂ ਨੇ, ਜੀ ਤੇ ਜੇ ਕਿਤੇ ਹਮਲਾ ਕਰਨਾ ਤੇ ਇਕੱਠੀਆਂ ਕਰਦੀਆਂ ਇਕੱਠੀਆਂ ਕਰ ਦਿੰਦੀਆਂ। ਬਿਲਕੁਲ ਤੇ ਵੈਸੇ ਕਿਸੇ ਨੂੰ ਉਹ ਛੇੜਦੀਆਂ ਨਹੀਂ। ਬਿਲਕੁਲ ਜੇ ਉਹਨਾਂ ਨੂੰ ਕੋਈ ਛੇੜੇ ਜੀ ਤੇ ਫਿਰ ਉਹਦਾ ਪਿੱਛਾ ਨਹੀਂ ਛੱਡਦੀ। ਬਿਲਕੁਲ ਜੀ ਬਿਲਕੁਲ ਕਿਆ ਇਸ ਤਰ੍ਹਾਂ ਦਾ ਤੁਸੀਂ ਵੀ ਦੇਖ ਰਹੇ ਹੋ ਸਾਡੇ ਸਮਾਜ 'ਚ ਹੋ ਰਿਹਾ? ਜੀ ਅਸੀਂ ਤਾਂ ਕੀ, ਸਾਡਾ ਸਮਾਜ ਤਾਂ ਕੀ, ਸਾਡੇ ਸਮਾਜ ਨੂੰ ਚਲਾਉਣ ਵਾਲੇ ਜੀ ਸਾਡੇ ਆਗੂਕਾਰ ਬਿਲਕੁਲ ਉਹ ਵੰਡੀਆਂ ਪਾ ਕੇ ਬੈਠੇ ਨੇ। ਬਿਲਕੁਲ ਬੜਾ ਅਫਸੋਸ ਹੁੰਦਾ ਵੀ ਉਹਨਾਂ ਨੇ ਸਾਨੂੰ ਅੱਗੇ ਲੈ ਕੇ ਜਾਣਾ। ਜੀ ਸਾਡੇ ਇੱਕ ਧਰਮ ਪ੍ਰਚਾਰਕ ਦੇ ਨਾਲ ਲੱਖਾਂ ਸੰਗਤ ਦੇ ਰੂਪ ਦੇ ਵਿੱਚ ਲੋਕ ਜੁੜੇ ਹੋਏ ਨੇ। ਜੁੜੇ ਹੋਏ ਉਹ ਅੰਦਰੋਂ ਕਿੰਨੇ ਪਰੇਸ਼ਾਨ ਨੇ, ਕਿੰਨੇ ਦੁਖੀ ਨੇ, ਕੀ ਸੋਚਦੇ ਨੇ, ਕਿਆ ਕਦੀ ਅਸੀਂ ਸੋਚਿਆ? ਜਿਨ੍ਹਾਂ ਦਾ ਫਰਜ਼ ਬਣਦਾ ਉਹਨਾਂ ਨੂੰ ਸੋਚਣਾ ਨਹੀਂ ਚਾਹੀਦਾ ਵੀ ਕਿਆ ਅਸੀਂ ਐਵੇਂ ਬੇਗਮਪੁਰਾ ਵਸਾ ਲਾਂਗੇ? ਬਿਲਕੁਲ ਜੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਜੀ ਕਿ ਅਸੀਂ ਕਈ ਗਰੁੱਪਾਂ ਦੇ ਵਿੱਚ ਵੰਡੇ, ਜਿਹੜਾ ਕਿ ਸਾਡਾ ਫਰਜ਼ ਬਣਦਾ ਹੈ ਕਿ ਸਾਡੀ ਇੱਕ ਸੰਸਥਾ ਹੋਵੇ, ਹਾਂਜੀ ਉਸ ਸੰਸਥਾ ਦੇ ਆਦੇਸ਼ਾਂ ਅਨੁਸਾਰ ਜੀ ਬਾਕੀ ਦਾ ਸੰਤ ਸਮਾਜ ਚੱਲੇ। ਉਹ ਸੰਤਾਂ ਦੀ ਹੀ ਸੱਭਿਅਤਾ, ਸੰਤਾਂ ਦੀ ਹੀ ਸੋਚ ਤੇ ਸੰਤਾਂ ਦੀ ਹੀ ਉਹ ਸੰਸਥਾ ਹੋਵੇ, ਜੀ ਉਹੀ ਉਹ ਚਲਾਉਣ ਜੀ ਤੇ ਸਾਰਿਆਂ ਨੂੰ ਮੈਸੇਜ ਕਨਵੇ ਹੋਵੇ ਵੀ ਹਰ ਗੁਰੂ ਘਰ ਦੇ ਵਿੱਚ ਆਹ ਚੀਜ਼ ਹੋਣੀ ਚਾਹੀਦੀ ਹੈ। ਜੀ ਤੁਸੀਂ ਐਗਜ਼ਾਮਪਲ ਦੇਖ ਰਹੇ ਹੋ ਜਿਵੇਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ। ਜੀ ਜੇ ਸਾਡੇ ਸਾਹਮਣੇ ਕੋਈ ਇੱਕ ਸੰਸਥਾ ਇੰਨਾ ਅੱਛਾ ਆਪਣਾ ਰਿਜ਼ਲਟ ਦੇ ਰਹੀ ਹੈ ਕਿ ਅਸੀਂ ਆਪਣੀ ਸੰਸਥਾ ਨਹੀਂ ਬਣਾ ਸਕਦੇ ਇੱਦਾਂ ਦੀ? ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਸਾਡੀ ਇੱਦਾਂ ਦੀ ਸੰਸਥਾ ਬਣ ਜਾਵੇ ਜੀ ਤੇ ਸਾਡੀ ਕੌਮ ਦਾ ਜੋ ਟੀਚਾ ਹੈ, ਸੋ ਮਕਸਦ ਹੈ, ਬਿਲਕੁਲ बेगमपुरा शहर को नाओ दुख अंदो नहीं तिहे ठाओ ना तस्वीस खराज ना माल खौफ ना खता ना तरस जवाब अब मैं खूब वतन गयो पाई उहाँ खैर सदा मेरे भाई साहिब श्री गुरु रविदास महाराज ने जो किया ਉਹਨੂੰ ਪ੍ਰਾਪਤ ਕਰਨਾ ਫਿਰ ਕੋਈ ਦੂਰ ਨਹੀਂ। ਜੇ ਅਸੀਂ ਇਸੇ ਤਰ੍ਹਾਂ ਆਪਸ ਵਿੱਚ ਅਲੱਗ-ਅਲੱਗ ਰਹੇ, ਅਲੱਗ-ਅਲੱਗ ਮੈਸੇਜ ਦਿੰਦੇ ਰਹੇ, ਸੋ ਅਸੀਂ ਸਾਰੇ ਇੱਕ ਕਿਉਂ ਨਹੀਂ ਹੁੰਦੇ? ਜਿਨ੍ਹਾਂ ਨੇ ਸਾਨੂੰ ਇੱਕ ਕਰਨ ਦਾ ਦੇਸ਼ ਦੇਣਾ ਹੈ ਜਾਂ ਦੇ ਰਹੇ ਨੇ ਵੀ ਸਤ ਸੰਗਤ ਮਿਲ ਰਹੀ ਹੋ ਮਾਧੋ ਜੈਸੇ ਮਧੂ ਮਖੀਰਾ, ਕਿਆ ਇਹ ਕਹਿਣ ਦੀ ਹੀ ਗੱਲ ਹੈ, ਮੰਨਣ ਦੀ ਨਹੀਂ? ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਉਹ ਸੰਤ ਲੋਕ, ਉਹ ਪ੍ਰਚਾਰਕ ਕਿਵੇਂ ਜਵਾਬ ਦੇਣਗੇ ਵੀ ਮੈਸੇਜ ਅਸੀਂ ਦੁਨੀਆ ਨੂੰ ਤਾਂ ਦੇ ਰਹੇ ਹਾਂ, ਆਪ ਕਿਉਂ ਫੋਲੋ ਨਹੀਂ ਕਰ ਰਹੇ? ਸੋ ਮੈਨੂੰ ਇਵੇਂ ਲੱਗਦਾ ਹੈ ਵੀ ਅਸੀਂ ਕੋਈ ਭੁੱਲ ਗਏ ਹਾਂ ਜਾਂ ਸਾਡੇ 'ਚ ਕੋਈ ਕਮੀਆਂ ਨੇ। ਸਾਡੀ ਈਗੋ ਜਿਹਨੂੰ ਕਹਿੰਦੇ ਨੇ ਕਿ ਹੁਮ ਹੈ, ਆਖਦੇ ਨੇ ਕਿ ਸੰਤਾਂ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਮੈਂ, ਇੱਕ ਪਰਮਾਤਮਾ। ਇਹ ਸਰੀਰ ਦੇ ਅੰਦਰ ਦੋ ਚੀਜ਼ਾਂ ਦਾ ਨਿਵਾਸ ਹੈ। ਜਿੱਥੇ ਮੈਂ ਹੁੰਦੀ ਹੈ ਉੱਥੇ ਰੱਬ ਨਹੀਂ ਰਹਿੰਦਾ, ਜਿੱਥੇ ਰੱਬ ਹੁੰਦਾ ਉੱਥੇ ਮੈਂ ਨਹੀਂ ਰਹਿੰਦੀ। ਸੰਤਾਂ ਦੇ ਅੰਦਰ ਮੈਂ ਨਹੀਂ ਹੁੰਦੀ। ਜੋ ਸਾਡੇ ਲਿਟਰੇਚਰ ਦੱਸਦਾ, ਜੋ ਸਾਡੇ ਧਾਰਮਿਕ ਗ੍ਰੰਥ ਦੱਸਦੇ ਨੇ ਕਿ ਸੰਤਾਂ ਦੇ ਮਨ ਦੇ ਵਿੱਚ ਮੈਂ ਨਹੀਂ ਹੁੰਦੀ। ਜਦੋਂ ਮੈਂ ਨਹੀਂ ਹੁੰਦੀ ਤਾਂ ਦੋ ਚੀਜ਼ਾਂ 'ਚੋਂ ਇੱਕ ਰਹਿ ਗਈ, ਉਹ ਚੀਜ਼ ਹੈ ਫਿਰ ਪਰਮਾਤਮਾ। ਜੇ ਪਰਮਾਤਮਾ ਦੇ ਪਰਮਾਤਮਾ ਭਲਾ ਕੀ ਨਹੀਂ ਕਰ ਸਕਦਾ? ਸੋ ਮੇਰਾ ਖਿਆਲ ਹਉਮੈ ਦਾ ਜਿੱਥੇ ਤਿਆਗ ਨਹੀਂ ਉੱਥੇ ਲੜਾਈ ਹੈ। ਸਾਨੂੰ ਹਉਮੈ ਨੂੰ ਤਿਆਗਣਾ ਚਾਹੀਦਾ। ਮੈਂ ਸਾਡੇ ਅੰਦਰ ਜੇ ਹੋਏਗੀ ਤੇ ਫਿਰ ਉੱਥੇ ਰੱਬ ਨਹੀਂ ਹੋ ਸਕਦਾ।
जब हम होते तब तू नाही, अब तू ही मैं नाही। ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਇਹ ਸ਼ਬਦ ਹੈ। ਸੋ ਸਾਡੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ ਹੋਵੇਗਾ, ਫਿਰ ਜੋ ਬੇਗਮਪੁਰ ਹੈ ਉਹ ਸਾਡੇ ਤੋਂ ਦੂਰ ਨਹੀਂ ਹੋਵੇਗਾ। ਜੀ ਬਿਲਕੁਲ ਜੀ ਜਲੰਧਰੀ ਸਾਹਿਬ, ਤੁਸੀਂ ਅੱਜ ਬਹੁਤ ਵਧੀਆ ਸੰਦੇਸ਼ ਕੌਮ ਨੂੰ ਦਿੱਤਾ ਹੈ ਔਰ ਪੂਰੇ ਸਮਾਜ ਨੂੰ, ਕਿਉਂਕਿ ਕ੍ਰਾਂਤੀ ਟੀਵੀ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ ਕਿ ਤੁਹਾਡੀ ਪਰਮਾਤਮਾ ਵੱਧ ਤੋਂ ਵੱਧ ਉਮਰ ਕਰੇ ਔਰ ਜਿੰਨੇ ਸਾਡੇ ਸਮਾਜ ਦੇ ਰਾਈਟਰ ਹੈ, ਜਿੰਨੇ ਸਾਡੇ ਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ 'ਤੇ ਲਿਖਦੇ ਨੇ ਔਰ ਗਾਉਂਦੇ ਨੇ, ਜਿੰਨੇ ਵੀ ਸਮਾਜ ਦੇ ਰਾਈਟਰ ਆ ਗਾਇਕ ਨੇ, ਅਸੀਂ ਹਮੇਸ਼ਾ ਕ੍ਰਾਂਤੀ ਟੀਵੀ ਉਹਨਾਂ ਦੀ ਸੁੱਖ ਮੰਗਦਾ ਹਮੇਸ਼ਾ, ਕਿਉਂਕਿ ਜੁਗ ਜੁਗ ਜੀਵਨ ਕੌਮ ਦੇ ਵਿਦਵਾਨ ਲਿਖਾਰੀ, ਭਰਦੇ ਰਹਿਣ ਸਮਾਜ ਲਈ ਨਿਤ ਨਵੀਂ ਉਡਾਰੀ, ਰੱਤੂ ਰੰਧਾਵੇ ਵਾਲਿਆ ਬਗੇ ਪਿਆਰ ਦੀ ਗੰਗਾ, ਝੁਲਦਾ ਰਹੇ ਆਕਾਸ਼ 'ਤੇ ਹਰ ਹਰ ਦਾ ਝੰਡਾ, ਝੁਲਦਾ ਰਹੇ ਆਕਾਸ਼ 'ਤੇ ਹਰ ਹਰ ਦਾ ਝੰਡਾ। ਇਸੇ ਤਰ੍ਹਾਂ ਤੁਸੀਂ ਕੌਮ ਦੀ ਸਮਾਜ ਦੀ ਸੇਵਾ ਕਰਦੇ ਰਹੋ ਔਰ ਕ੍ਰਾਂਤੀ ਟੀਵੀ ਹਮੇਸ਼ਾ ਤੁਹਾਡੇ ਨਾਲ ਮੋਢਾ ਲਾ ਕੇ ਖੜਾ ਔਰ ਪੂਰਾ ਸਮਾਜ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਔਰ ਜਿੱਥੇ ਵੀ ਕ੍ਰਾਂਤੀ ਟੀਵੀ ਦੀ ਤੁਹਾਨੂੰ ਲੋੜ ਪਏਗੀ ਕ੍ਰਾਂਤੀ ਟੀਵੀ ਤੁਹਾਡੇ ਨਾਲ ਚੱਲੇਗਾ। ਕ੍ਰਾਂਤੀ ਟੀਵੀ ਦੀ ਸੂਝਬੱਧ ਟੀਮ ਨੂੰ ਆਪਣੀ ਤਰਫੋਂ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰੇ ਘਰ ਵਿਖੇ ਆ ਕੇ ਮੇਰਾ ਮਾਣ ਵਧਾਇਆ ਔਰ ਇੰਨੀ ਅੱਛੀ ਸੋਚ ਦੇ ਸਵਾਲ ਪੁੱਛੇ ਨੇ। ਸ਼ਾਇਦ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ, ਜੇ ਗਲਤੀ ਹੋਈ ਤਾਂ ਮੈਨੂੰ ਮਾफ़ ਕਰਨਾ। ਔਰ ਸਾਰੀ ਸੰਗਤ ਅੱਗੇ, ਸਾਰੇ ਦਰਸ਼ਕਾਂ ਅੱਗੇ ਮੈਂ ਬੇਨਤੀ ਕਰਾਂਗਾ ਕਿ ਮੇਰੇ ਇਹ ਆਪਣੇ ਖਿਆਲ ਨੇ, ਇਹਨਾਂ ਖਿਆਲਾਂ 'ਚ ਕੋਈ ਕਮੀ ਰਹਿ ਗਈ ਹੋਵੇ, ਕੋਈ ਗਲਤੀ ਹੋਵੇ ਤਾਂ ਮੈਂ ਕੀਮਾ ਦਾ ਜਾਚਕ ਸਮਝ ਕੇ ਮਾफ़ ਕਰਨਾ। ਠੀਕ ਹੈ ਜੀ। ਜੈ ਗੁਰਦੇਵ ਜੀ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਇਹ ਸੀ ਸਾਡਾ ਪ੍ਰੋਗਰਾਮ ਕੌਮ ਦੇ ਹੀਰੇ, ਜਿਸ ਨੂੰ ਤੁਸੀਂ ਬਹੁਤ ਮਾਣ ਸਤਿਕਾਰ ਦੇ ਰਹੇ ਹੋ। ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਸ਼ਖਸੀਅਤ ਨੂੰ ਆਪ ਜੀ ਨਾਲ ਰੂਬਰੂ ਕਰਵਾਵਾਂਗੇ। ਜੈ ਗੁਰਦੇਵ, ਜੈ ਭੀਮ।